जी की फतेह। परम सत्कारियो सतगुरां दी साजी नवाजी गुरु रूप साध संगत जियो। आप संगत वडभागे हो जिन्हां ने सतगुरां दी पावन हजूरी दे अंदर पहुंचना कीता है। ਵੱਡੇ ਭਾਗਾਂ ਦਾ ਸਦਕਾ ਗੁਰੂ ਨਾਨਕ ਦੇ ਘਰ ਦੇ ਦਰਸ਼ਨ ਹੁੰਦੇ ਨੇ। ਅੱਜ ਦੇ ਦਿਨ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਨੇ ਅਕਾਲ ਚਲਾਣਾ ਕੀਤਾ। ਐਸੀ ਰੱਬੀ ਆਤਮਾ ਤੇ ਤੁਸੀਂ ਆਪਾਂ ਸਾਰੇ ਹੀ ਕਰਮਾਂ ਵਾਲੇ ਆ, ਕਿਉਂਕਿ ਪਿੰਡ ਦੇ ਵਿੱਚ ਨਗਰ 'ਚ ਕੋਈ ਚੜ੍ਹਾਈ ਕਰ ਜੇ ਨਾ ਤੇ ਉਹਦੇ ਘਰ ਨਾ ਜਾਈਏ ਤੇ ਅਗਲਾ ਬੋਲਣੋਂ ਹਟ ਜਾਂਦਾ ਕਿ ਮੇਰੇ ਦੁੱਖ ਸੀ ਤੇ ਸ਼ਾਮਲ ਨਹੀਂ ਹੋਏ। ਅੱਜ ਸੰਗਤੇ ਠੀਕ ਭਾਵੇਂ ਉਹ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਪਰ ਫਿਰ ਵੀ ਇੱਕ ਪਿਆਰ, ਇੱਕ ਦਰਦ ਕਿ ਏਡਾ ਵੱਡਾ ਕੀਰਤਨੀਆ ਜਿਹਦਾ ਅੱਜ ਦਿਨ ਹੈ ਸਮਾਉਣ ਦਾ, ਤੇ ਸਾਡਾ ਸਾਰਿਆਂ ਦਾ ਫਰਜ਼ ਹੈ। ਕਿਉਂਕਿ ਜਦੋਂ ਵਿਆਹ ਹੁੰਦਾ, ਮਰਗ ਹੁੰਦੀ, ਉਦੋਂ ਸਾਨੂੰ ਕੀਰਤਨ ਦਾ ਚੇਤਾ ਆ ਜਾਂਦਾ ਵੀ ਰਿਸ਼ਤੇਦਾਰ ਆਉਣੇ ਆ ਤੇ ਇਕੱਲਾ ਔਰਤ ਨਾਲ ਲੱਗਣਾ, ਸੱਦ ਲਈਏ ਬਾਬੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਕੀਰਤਨ ਨੂੰ ਆਰੰਭਤਾ ਦਿੱਤੀ, ਕੀਰਤਨ ਨੂੰ ਵਡੱਪਣ ਦਿੱਤਾ, ਉਹ ਸੀ ਬਾਬੇ ਦਾ ਮਰਦਾਨਾ। ਇਸ ਕਰਕੇ ਅੱਜ ਦੇ ਦਿਨ ਗੁਰਪੁਰੀ ਸੁਧਾਰੇ ਸਰੀਰ ਕਰਕੇ, ਆਤਮਾ ਕਰਕੇ, ਤੇ ਅੱਜ ਵੀ ਜਦੋਂ ਬਾਣੀ ਚੱਲਦੀ ਹੈ ਨਾਲ ਮਰਦਾਨਾ ਰਾਗ ਵਜਾਉਂਦਾ ਏ। ਤੋ ਆਪ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਹਾਜ਼ਰੀ ਸਤਿਗੁਰੂ ਪ੍ਰਵਾਨ ਕਰਨ, ਗੁਰਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਗੁਰ ਇਤਿਹਾਸ ਬੜਾ ਪਿਆਰਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 3.5 ਮਹੀਨੇ ਮੋਦੀ ਖਾਨਾ ਚੈੱਕ ਹੋਇਆ। ਆਖੋ ਸਤਨਾਮ। ਪਹਿਲਾਂ ਨਹੀਂ ਸੀ ਪਤਾ, ਕੋਈ 5 ਦਿਨ ਕਹਿੰਦਾ ਸੀ, ਕੋਈ 10 ਦਿਨ ਕਹਿੰਦਾ ਸੀ, ਕੋਈ 2 ਦਿਨ, ਪਰ ਇੱਥੇ ਭਾਈ ਸਾਹਿਬ ਜੀ ਨੇ ਲਿਖਿਆ ਹੈ 3 ਮਹੀਨੇ ਅਰਧ ਪੁੰਨ ਲੇਖਕ ਲੇਖਾ ਕੀ। 3.5 ਮਹੀਨੇ ਮੁਨਸ਼ੀਆਂ ਨੇ ਲੇਖੇ ਕਰਨ ਤੇ ਲਾਤੇ, ਔਰ ਜਿਸ ਵੇਲੇ ਲੇਖਾ ਸੰਪੂਰਨ ਹੋਇਆ ਤੇ ਗੁਰੂ ਨਾਨਕ ਸਾਹਿਬ ਦੇ 135 ਰੁਪਈਏ ਵੱਧ ਨਿਕਲੇ। ਆਖੋ ਸਤਿਨਾਮ। ਤੇ ਇਸ ਕਰਕੇ ਸਾਧ ਸੰਗਤ ਜੀ, ਅੱਜ ਵੀ ਜਿਹੜਾ ਉਸ ਵਾਹਿਗੁਰੂ ਦਾ ਆਸਰਾ ਲੈਂਦਾ ਉਹਨੂੰ ਮਹਾਰਾਜ ਡਿੱਗਣ ਨਹੀਂ ਦਿੰਦੇ। ਤੇਰਾ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲੇ ਚੁੱਕੇ ਬਾਰਕ ਤੂੰ ਗੁਰ ਪਿਤਾ ਮਾਇਆ। ਜਿੰਨੇ ਵੀ ਤੁਸੀਂ ਬੈਠੇ ਹੋ, ਦੇਸ਼ਾਂ ਵਿਦੇਸ਼ਾਂ ਤੱਕ ਹੋ ਕੇ ਵੀ ਪਹੁੰਚ ਗਏ ਹੋ, ਸਾਧ ਸੰਗਤ ਜੀ ਆਪਣੀ ਜ਼ਿੰਦਗੀ 'ਚ ਝਾਤੀ ਮਾਰਿਓ। ਕਿੱਦਾਂ ਕਿੱਦਾਂ ਦੇ ਸਮੇਂ ਬੰਦੇ ਦੀ ਜ਼ਿੰਦਗੀ 'ਚ ਆਉਂਦੇ, ਪਰ ਜਿਹੜਾ ਗੁਰੂ ਨਾਨਕ ਨੂੰ ਧਿਆਉਂਦਾ ਮਹਾਰਾਜ ਡਿੱਗਣ ਨਹੀਂ ਦਿੰਦੇ। ਇਸ ਕਰਕੇ ਗੁਰੂ ਨਾਨਕ ਕਿੱਦਾਂ ਡਿੱਗ ਸਕਦੇ ਸਨ। ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਸੱਚੇ ਪਾਤਸ਼ਾਹ ਨੂੰ ਡੇਗਣ ਵਾਸਤੇ 3.5 ਮਹੀਨੇ ਹਿਸਾਬ ਹੋਇਆ ਜੀ। ਚੁਗਲਾਂ ਨੇ ਚੁਗਲੀ ਕਰ ਕਰਕੇ ਕਹਿੰਦੇ ਚੈੱਕ ਕਰੋ। ਇਹ ਤੇ ਜਿਹੜਾ ਆਉਂਦਾ ਉਹਦੀਆਂ ਝੋਲੀਆਂ ਭਰੀ ਜਾਂਦਾ, ਜਿਹੜਾ ਆਉਂਦਾ ਉਹਨੂੰ ਕੱਪੜੇ ਦੇਈ ਆਉਂਦਾ, ਜਿਹੜਾ ਵੀ ਆਉਂਦਾ ਉਹਨੂੰ ਪ੍ਰਸ਼ਾਦਾ ਦੇਈ ਆਉਂਦਾ ਹੈ। ਇਹਦਾ ਚੈੱਕ ਕੀਤਾ ਜਾਵੇ ਮੋਦੀ ਖਾਨਾ। ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀ, ਤੇਰਾ ਹੀ ਤੇਰਾ ਕਰਕੇ ਵਰਤਾਉਂਦੇ ਰਹਿ, ਤੇ ਤੇਰੇ 'ਚ ਕਦੇ ਕਮੀ ਨਹੀਂ ਆਉਂਦੀ। ਮੁੱਕਦਾ ਉਦੋਂ ਹੈ ਸਾਧ ਸੰਗਤ ਜਦੋਂ ਕਹਿੰਦੇ ਮੇਰਾ ਪੁੱਤ, ਮੇਰੀ ਮਾਂ, ਮੇਰਾ ਘਰ, ਮੇਰੀ ਜ਼ਮੀਨ। ਜਦੋਂ ਮੇਰੀ ਮੇਰੀ ਕਰਦੇ ਫਿਰ ਰੋਂਦੇ ਆ, ਫਿਰ ਹੱਥ ਪੱਲੇ ਕੁਝ ਵੀ ਨਹੀਂ ਆਉਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ 135 ਰੁਪਈਏ ਵੱਧ ਨਿਕਲੇ ਹਨ। ਅਕਲ ਛੰਦ
कमल नैन जब लिखा तब निकस्यो इतना सिखा। और कहते गुरु नानक साहिब महाराज जी कमल नैन गुरु जी महाराज का स्वरूप बड़ा सुंदर है। जिस तरह कमल है, कमल के पत्तियां दे विच लाली है, खिड़िया होया है, इस तरह करके कुछ चेहरे ऐसे ने ਜਿਹੜੇ ਗਮੀਆਂ ਵਿੱਚ ਵੀ ਤੇ ਖੁਸ਼ੀਆਂ ਵਿੱਚ ਵੀ ਖਿੜੇ ਹੀ ਰਹਿੰਦੇ ਆ, ਉਹਨਾਂ ਦੇ ਉੱਤੇ ਕਦੇ ਮਾਯੂਸੀ ਨਹੀਂ ਛਾਉਂਦੀ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਜੀ ਦਾ ਚਿਹਰਾ 24 ਘੰਟੇ ਖਿੜਿਆ ਰਹਿੰਦਾ ਸੀ। ਕਵੀ ਜੀ ਕਹਿੰਦੇ ਕਮਲ ਵੀ ਰਾਤ ਨੂੰ ਆਪਣੀ ਸੁਗੰਧੀ ਨੂੰ ਬੰਦ ਕਰ ਲੈਂਦਾ, ਆਪਣੇ ਖੇੜੇ ਨੂੰ ਬੰਦ ਕਰ ਲੈਂਦਾ, ਕਿਉਂਕਿ ਉਹ ਸੂਰਜ ਦੇ ਨਾਲ ਰਿਲੇਸ਼ਨ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਮਲ ਵੀ ਉਹਨਾਂ ਦੀ ਰੀਸ ਨਹੀਂ ਕਰ ਸਕਦਾ, ਉਹ ਵੀ ਰਾਤ ਨੂੰ ਸੰਕੋਚਿਆ ਜਾਂਦਾ, ਪਰ ਮੇਰੇ ਗੁਰੂ ਨਾਨਕ ਸਾਹਿਬ 24 ਘੰਟੇ ਮੁਸਕਰਾਉਂਦੇ ਹੈ, ਕਦੇ ਉਹਨਾਂ ਦੇ ਮੱਥੇ ਤੇ ਤਿਉੜੀ ਤਾਂ ਆਉਂਦੀ ਨਹੀਂ। ਇਸੇ ਤਰ੍ਹਾਂ ਜਿਹੜਾ ਸਿੱਖ ਸਿਮਰਨ ਕਰਨ ਲੱਗ ਪੈਂਦਾ, ਬੰਦਗੀ ਕਰਦਾ, ਬੜੇ ਬੜੇ ਬਜ਼ੁਰਗ ਮੈਂ ਵੇਖੇ ਜਿਨ੍ਹਾਂ ਦੇ ਘਰਾਂ 'ਚ ਬੜੀਆਂ ਮੁਸੀਬਤਾਂ ਆਈਆਂ ਪਰ ਉਹਨਾਂ ਦੇ ਮੱਥੇ ਤੇ ਤਿਉੜੀ ਨਹੀਂ ਆਈ, ਕਿਉਂਕਿ ਜਿਹੜਾ ਬਾਬੇ ਨੂੰ ਮੰਨਣ ਲੱਗ ਪੈਂਦਾ ਫਿਰ ਬਾਬੇ ਵਰਗਾ ਹੀ ਹੋ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ। ਜਿਹੜਾ ਗੁਰੂ ਦੇ ਦੀਦਾਰ ਵੀ ਕਰ ਲੈਂਦਾ ਉਹਨਾਂ ਸਿੱਖਾਂ ਦੇ ਚਿਹਰੇ ਖਿੜ ਜਾਂਦੇ। ਤੁਸੀਂ ਕਿਤੇ ਵੇਖਿਓ ਹਰਿਮੰਦਰ ਸਾਹਿਬ ਪਰਿਕਰਮਾ 'ਚ ਸੇਵਾਦਾਰ, ਭਾਂਡਿਆਂ ਦੀ ਸੇਵਾ ਕਰਨ ਵਾਲੇ, ਜੋੜਿਆਂ ਦੀ, ਉਹਨਾਂ 'ਚ ਕੁਝ ਰੂਹਾਂ ਇੰਨੀਆਂ ਰੰਗੀਆਂ ਚਿਹਰੇ ਜਗਦੇ, ਚੰਗੇ ਹਨੇਰੇ 'ਚ ਵੀ ਉਸ ਨੂੰ ਬਾਦੇ ਤੇ ਚਿਹਰਾ ਜਗਦਾ ਹੁੰਦਾ। ਬੰਦਗੀ ਵਾਲੇ ਦੇ ਚਿਹਰੇ ਤੇ ਨੂਰ ਵਰਤਦਾ ਹੈ। ਆਪਾਂ ਦੁਨਿਆਵੀ ਲੋਕ ਆਪਣੇ ਚਿਹਰੇ 'ਚ ਤਾਂ ਚਿੰਤਾ ਹੀ ਛਾਈ ਰਹਿੰਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸੁੰਦਰ ਹਨ। ਕਮਲ ਨੈਣ ਜਬਲੇ ਮੇਰੇ ਸੋਹਣੇ ਗੁਰੂ ਦਾ ਜਦੋਂ ਲੇਖਾ ਹੋਇਆ। ਜੈ ਰਾਮ ਹਿਰਦੈ ਤੇ ਕਾਲਾ ਕਹਿੰਦੇ ਹਰ ਇੱਕ ਵਿਸਾਲਾ। ਔਰ ਕਹਿੰਦੇ ਹਨ ਕਿ ਜਦੋਂ ਫਿਰ ਮਹਾਰਾਜ ਜੀ ਦੀ ਜਿੱਤ ਹੋਈ ਨਾ, ਤੇ ਭਾਈਆ ਜੈ ਰਾਮ ਜੀ ਜਿਨ੍ਹਾਂ ਦੇ ਅੰਦਰ ਨੂੰ ਠੰਡਕ ਪੈਦਾ ਹੋਈ। ਕੱਲ ਵੀ ਮੈਂ ਅਰਜ਼ ਕੀਤੀ ਵੀ ਜਿਹੜਾ ਜਿਹਨੂੰ ਪਿਆਰ ਕਰਦਾ ਉਹਦੀਆਂ ਦੁਆਵਾਂ ਮੰਗਦਾ ਦਿਨੇ ਰਾਤ, ਕੋਈ ਜਾਣੇ ਜਾਂ ਨਾ ਜਾਣੇ ਵੱਖਰੀ ਗੱਲ ਹੈ, ਪਰ ਜਿਹੜਾ ਕਿਸੇ ਲਈ ਦੁਆ ਮੰਗਦਾ ਉਹ ਜਿਤਾਉਂਦਾ ਵੀ ਨਹੀਂ ਆ। ਜੇ ਮੰਗਣੀ ਕਿਸੇ ਨੇ ਮੰਗ ਹੀ ਦੇਣੀ ਹੈ। ਹੋ ਸਕਦਾ ਕਈ ਵਾਰੀ ਤੁਸੀਂ ਕਿਸੇ ਨੂੰ ਕਹਿ ਦਿਓ ਬਾਬਾ ਜੀ ਮੇਰੀ ਚੜ੍ਹਦੀ ਕਲਾ ਦੀ ਅਰਦਾਸ ਕਰ ਦੇ, ਹੋ ਸਕਦਾ ਮੇਰੇ ਵਰਗਾ ਆਪ ਦੁਖੀ ਹੋਵੇ, ਵੀ ਤੁਹਾਡੀ ਚੜ੍ਹਦੀ ਕਲਾ ਕਿੱਥੋਂ ਮੰਗੂ ਜਿਹੜਾ ਆਪ ਪਰੇਸ਼ਾਨ। ਤੋ ਇਸ ਕਰਕੇ ਜਿਹਨੇ ਦੁਆ ਮੰਗਣੀ ਉਹ ਉੱਦਾਂ ਹੀ ਮੰਗਦਾ। ਤੂੰ ਇੱਦਾਂ ਦਾ ਬਣ ਜਾ, ਇੱਦਾਂ ਦੇ ਕੰਮ ਸ਼ੁਰੂ ਕਰ ਦੇ, ਤੈਨੂੰ ਕਹਿਣਾ ਨਾ ਪਵੇ ਕਿਸੇ ਨੂੰ ਮੇਰੇ ਲਈ ਦੁਆ ਮੰਗੋ, ਦੁਨੀਆ ਤੇਰੇ ਲਈ ਆਪੇ ਹੀ ਦੁਆਵਾਂ। ਹੁਣ ਤੁਸੀਂ ਕਹੋਗੇ ਗਿਆਨੀ ਜੀ ਇੱਦਾਂ ਕਿੱਦਾਂ ਹੋ ਸਕਦਾ ਵੀ ਕਹਿਣ ਤੋਂ ਬਿਨਾਂ ਤੁਹਾਡੀ ਕੋਈ ਅਰਦਾਸ ਕਰੇ? ਹੁੰਦੀ ਜੇ। ਤੁਸੀਂ ਕਹੋ ਜੀ ਕਿਵੇਂ? ਤੁਸੀਂ ਕਿਸੇ ਗਰੀਬ ਨੂੰ ਗਰਮ ਸੂਟ ਲੈ ਦੋਗੇ ਨਾ, ਤੇ ਜਦੋਂ ਗਰੀਬ ਪਾਊਗਾ ਕਹਿਣ ਦੀ ਲੋੜ ਨਹੀਂ, ਅਰਦਾਸ ਕਰਦੀ ਉਹਨੇ ਕਹਿਣਾ ਦੇਣ ਵਾਲਿਆ ਤੇਰਾ ਘਰ ਵਸਦੀ ਹੈ। ਕਿਸੇ ਗਰੀਬ ਨੂੰ ਆਟੇ ਦਾ ਤੋੜਾ ਦੇ ਦਿਓ, ਉਹ ਜਦੋਂ ਰੋਟੀ ਪਕਾਊਗਾ ਤੁਹਾਡੀਆਂ ਅਰਦਾਸਾਂ ਆਪੇ ਹੀ ਹੋਣੀਆਂ। ਹੁੰਦਾ ਕਿਉਂ ਨਹੀਂ ਹੈ? ਪਰ ਕਹਿੰਦੇ ਨਹੀਂ ਫਰੀ ਦੀ ਕਰਾਉਣੀ ਅਰਦਾਸ, ਦੇਣਾ ਥੋੜਾ ਕੁਛ ਹੈ, ਫਰੀ ਵਾਲੀ ਨਹੀਂ ਲੱਗਦੀ ਹੁੰਦੀ। ਆਖੋ ਸਤਿਨਾਮ। ਮੈਂ ਆਪਣੀ ਗੱਲ ਨਹੀਂ ਕਰਦਾ, ਮੈਂ ਕਹਿੰਦਾ ਵੀ ਇੱਦਾਂ ਦੇ ਕਰਮ ਕਰੋ ਜ਼ਿੰਦਗੀ 'ਚ ਤੁਹਾਨੂੰ ਬਿਨਾਂ ਮੰਗੇ ਅਰਦਾਸਾਂ ਕਰੇ ਕੋਈ ਤੁਹਾਡੀਆਂ। ਪੰਜੀ ਤੇ ਕਿਸੇ ਨੂੰ ਦਸਵੰਧ ਦੀ ਦੇਣੀ ਨਹੀਂ, ਤੇ ਅਰਦਾਸ ਕੌਣ ਕਰੂ? ਬਦਦੁਆ ਜ਼ਰੂਰ ਲਈਦੀਆਂ ਕਿਸੇ ਦੀਆਂ। ਕੋਈ ਮੰਗਤਾ ਮੰਗਦਾ ਚਪੇੜ ਮਾਰ ਕੇ ਪਰੇ ਕਰਦੀ ਤਾਂ ਥੱਲੇ ਦੇ ਦੂੰ ਗੱਡੀ ਦੇ, ਉਹ ਕਹਿੰਦਾ ਕੋਈ ਨਹੀਂ ਤੇਰੀ ਰਾਹ 'ਚ ਹੀ ਮੁੱਦੀ ਹੋਣੀ ਉਹ, ਤੇ ਫਿਰ ਉਹਨੂੰ ਦੱਸ ਨਹੀਂ ਦੇਈਦੇ। ਜਦੋਂ ਗੱਡੀ ਮੁੱਦੀ ਹੁੰਦੀ ਤੇ ਇੱਕ ਪਾਸਾ ਥੋੜਾ ਜਿਹਾ ਬੈਂਡ ਪੈ ਜੇ ਨਾ ਗੱਡੀ 'ਚ, ਤੇ ਉੱਥੇ ਜਾ ਕੇ ਵੇਖਿਓ ਜਿਹੜੇ ਕੱਢਦੇ ਆ 12-13 ਹਜ਼ਾਰ ਰੁਪਈਆ ਇੱਕ ਛੋਟੇ ਜਿਹੇ ਬੈਂਡ ਕੱਢਣ ਦਾ ਹੀ ਲੈਂਦੇ, ਇਹ ਤੇ ਹੋਰ ਕਰ ਲਾ। ਇਸ ਕਰਕੇ ਸੰਗਤ ਜੀ ਮਹਾਰਾਜ ਜੀ ਕਹਿੰਦੇ ਤੂੰ ਇੱਦਾਂ ਦਾ ਕਰਮ ਕਰ ਤੇਰੇ ਲਈ ਦੁਨੀਆ ਦੁਆਵਾਂ ਮੰਗੇ। ਉਹ ਜਿਹਨੂੰ ਗੁਰੂ ਨਾਨਕ ਸਾਹਿਬ ਨੂੰ ਖੁਦ ਰੱਬ ਵੀ ਸੀ, ਪੂਰੀ ਦੁਨੀਆ ਦੁਆਵਾਂ ਦੇ ਰਹੀ ਤੇਰਾ ਭਲਾ ਹੋਵੇ ਨਾਨਕ, ਤੇਰਾ ਵਿਹੜਾ ਵਸਦਾ ਰਵੇ ਨਾਨਕ, ਤੇਰੇ ਘਰ ਭਰੇ ਰਹਿਣ। ਕਿਉਂਕਿ ਮਹਾਰਾਜ ਮੋੜਦੇ ਨਹੀਂ ਨਾ ਕਿਸੇ ਨੂੰ,
ਜਿੰਨੇ ਵੀ ਮੰਗਤੇ ਆਉਂਦੇ ਸੀ, ਜਦੋਂ ਮਹਾਰਾਜ ਛਾਬਾ ਭਰ ਕੇ ਪਾਉਂਦੇ ਸੀ ਨਾ, ਤੇ ਉਹਨਾਂ ਦੇ ਅੰਦਰੋਂ ਇਹੋ ਹੀ ਨਿਕਲਦਾ ਸੀ, ਤੇਰੇ ਘਰ ਭਰੇ ਰਹਿਣ, ਤੇਰੇ ਮੋਦੀ ਖਾਨੇ ਨੂੰ ਭਾਗ ਲੱਗੇ ਰਹਿਣ। ਤੇ ਗੁਰਬਾਣੀ ਵੀ ਕਹਿੰਦੀ, ਦੇਹੋ ਸੱਜਣ ਅਸੀਸੜੀਆ। ਅਸੀਸਾਂ ਬੜੀਆਂ ਵੱਡੀਆਂ ਹੁੰਦੀਆਂ, ਬਚਾ ਲੈਂਦੀਆਂ ਬੰਦੇ ਨੂੰ। ਕਈ ਵਾਰੀ ਆਪਾਂ ਐਵੇਂ ਕਹਿ ਦੇਣਾ ਵੀ ਬਚਣਾ ਨਹੀਂ ਸੀ, ਮੈਂ ਤੁਹਾਡੀਆਂ ਅਸੀਸਾਂ ਹੀ ਲੈ ਆਈਆਂ। ਤੇ ਮੇਰੀ ਜ਼ਿੰਦਗੀ ਵੀ ਇਦਾਂ ਦੀ ਹੈ, ਬਚਣਾ ਮੈਂ ਵੀ ਨਹੀਂ ਸੀ। ਜਿਹੜੇ ਹਾਲਾਤ ਸੀ, ਸੰਗਤ ਦੀ ਸੀਸ ਇੱਥੋਂ ਤੱਕ ਲੈ ਆਈ। ਅਸੀਸ ਬੜੀ ਵੱਡੀ ਹੁੰਦੀ। ਕਈ ਵਾਰੀ ਬੰਦੇ ਤੋਂ ਗਲਤ ਕਰਮ ਹੋਣਾ ਹੋਵੇ ਨਾ, ਬੰਦੇ ਦੀ ਮੱਤ ਮਾਰੀ ਜਾਂਦੀ, ਪਰ ਉੱਥੇ ਸੰਗਤ ਦੀ ਅਸੀਸ ਮਗਰ ਖੜੋਤੀ ਹੁੰਦੀ, ਉਹ ਬਚਾ ਲੈਂਦੀ ਬੰਦੇ ਨੂੰ। ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਮਨ ਫਿਰ ਜਾਣਾ, ਇੱਦਾਂ ਜ਼ਿੰਦਗੀ 'ਚ ਹੁੰਦਾ ਵੀ ਹੈ। ਪਰ ਜਿਹੜੀ ਸੀਸ ਆ ਨਾ ਕਿਸੇ ਦੀ, ਕੋਈ ਵੇਖ ਰਿਹਾ ਹੁੰਦਾ ਹੈ ਕਿ 4 ਵਜੇ ਚੱਲੇ ਹੈ, ਅਜੇ ਭਾਈ ਸਾਹਿਬ ਦੀਦੇ ਨਹੀਂ ਕਿਤੇ। ਇਹ ਸੀਸ ਆ ਇੱਕ, ਕਿ ਅਜੇ ਤੱਕ ਆਏ ਨਹੀਂ, ਨਜ਼ਰ ਨਹੀਂ ਆਏ ਵੀ ਆਉਣਾ ਕਿ ਨਹੀਂ। ਇਦੋਂ ਵੱਡੀ ਸੀਸ ਕਿਹਦੀ? ਕਹਿੰਦੇ ਕਿ ਇੱਕ ਮਾਂ ਹੁੰਦੀ ਜਿਹੜੀ ਘਰੇ ਬੈਠੀ ਰਾਹ ਵੇਂਦੀ ਹੈ ਵੀ ਪਤਾ ਨਹੀਂ ਆਇਆ ਨਹੀਂ ਅਜੇ ਮੇਰਾ ਪੁੱਤ, ਤੇ ਜਿਹਦੀ ਸੰਗਤ ਕਿਰਪਾ ਕਰਕੇ ਉਡੀਕ ਕਰੇ, ਉਹਦੇ ਕਿੰਨੇ ਵੱਡੇ ਕਰਮ ਹੋਣਗੇ, ਉਹਦੇ ਕਿੰਨੇ ਪੂਰਬਲੇ ਭਾਗ ਹੋਣਗੇ। ਜਿਹਨੂੰ ਤਾਂ ਮੈਂ ਮਾਫੀ ਚਾਹ ਲੈਣਾ ਹੁੰਦਾ, ਮੈਂ ਦੁਨਿਆਵੀ ਹੈ। ਕਈ ਵਾਰੀ ਸੰਗਤ ਡੀਕਦੀ ਹੈ ਤੇ ਲੇਟ ਹੋ ਜਾਣਾ, ਮਾਫ ਕਰ ਦਿਓ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਸੋਹਣੇ ਜੇ ਮੁੱਖ ਵਾਲੇ, ਜਦੋਂ ਮਹਾਰਾਜ ਜੀ ਦਾ ਲੇਖਾ ਜਿੱਤ ਗਿਆ, ਗਰੀਬਾਂ ਦੀਆਂ ਦੁਆਵਾਂ ਨਾਲ ਖੜੋਤੀਆਂ। ਅੱਜ ਤੁਹਾਡੇ ਜੇ ਕਾਰੋਬਾਰ ਕਰੋੜਾਂ ਤੱਕ ਗਏ ਤੇ ਕਿਸੇ ਗਰੀਬ ਦੀ ਦੁਆ ਨਾਲ ਹੈ, ਕਿਉਂਕਿ ਛੱਤ ਕਦੇ ਵੀ ਇਕੱਲੀ ਨਹੀਂ ਖੜੋਂਦੀ, ਥੱਲੇ ਥੰਮੀਆਂ ਜ਼ਰੂਰ ਹੁੰਦੀਆਂ। ਅੱਜ ਜਿੰਨੇ ਵੀ ਤਰੱਕੀ ਕੀਤੀ, ਉਹਦੇ ਕਿਤੇ ਦਾਦੇ ਬਾਬਿਆਂ ਨੇ ਕੋਈ ਲੰਗਰ ਲਾਇਆ, ਕਿਤੇ ਗਰੀਬ ਦਾ ਭਲਾ ਕੀਤਾ, ਉਹ ਸੀਸਾਂ ਨੇ ਅੱਜ ਰੁਲਦਿਆਂ ਨੂੰ ਕਰੋੜਾਂ ਤੱਕ ਪਹੁੰਚਾਇਆ। ਤੇ ਗਾਂ ਵਾਲੀ ਪੀੜ੍ਹੀ ਹੈ ਤੇ ਕਿਤੇ 5 ਰੁਪਈਏ ਨਹੀਂ ਕਿਸੇ ਨੂੰ ਦੇ ਕੇ ਰਾਜੀ। ਤੇ ਮਹਾਰਾਜ ਦੇ ਘਰ ਨਾ ਇਹਨਾਂ ਆਉਣਾ, ਨਾ ਬਾਣੀ ਪੜ੍ਹਨੀ, ਨਾ ਦਸਵੰਧ ਦੇਣਾ, ਫੈਸ਼ਨ ਹੀ ਨਹੀਂ ਰੋਕਾਉਣ ਦਿਆ। ਤੇ ਅੱਗੇ ਇਹਨਾਂ ਦੇ ਜਵਾਕਾਂ ਨੇ ਭੁੱਖੇ ਮਰਨਾ ਵੇਖਿਓ। ਬਾਣੀ ਕਹਿੰਦੀ ਹੈ ਨਾ, ਜਿਹੜੇ ਬੰਦਗੀ ਕਰਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਸਾਡੇ ਦਾਦਿਆਂ ਦੀ ਟੋਕਰੀ ਚੁੱਕੀ, ਉਹਨਾਂ ਦਾ ਨਾਮ ਜਪਿਆ ਹੀ ਸਾਨੂੰ ਅੱਜ ਆ ਰੋਟੀ ਦੇ ਰਿਹਾ। ਤੇ ਜੇ ਅਸੀਂ ਹੁਣ ਆਪਾਂ ਕੁਛ ਨਹੀਂ ਨਾ ਕਰਦੇ, ਇਹਦਾ ਅਸਰ ਆਪਣੀ ਔਲਾਦ ਤੇ ਪੈਣਾ, ਤੇ ਪੈਣ ਤੇ ਦਿਆ ਹੀ ਹੈ। ਕਈਆਂ ਦੇ 2-2 ਬੱਚੇ ਤੇ ਦੋਵੇਂ ਹੀ ਅਮਲੀ ਹੋ ਚੁੱਕੇ। ਇਦੋਂ ਵੱਧ ਕੀ ਹੈ, ਆਪਣੇ ਆਪ ਕੀਤਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਕੇ ਗਏ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ। ਤੋ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੋਹਣੇ ਜੇ ਮੁਖੜੇ ਵਾਲੇ ਕਵੀ ਜੀ ਕਹਿੰਦੇ, ਜਦੋਂ ਵੱਧ ਪੈਸੇ ਨਿਕਲੇ ਤੇ ਭਾਈਆ ਜੈ ਰਾਮ ਜੀ ਨੂੰ ਥੋੜ੍ਹਾ ਜਿਹਾ ਸ਼ਰਮ ਵੀ ਮਹਿਸੂਸ ਹੋਈ, ਥੋੜ੍ਹਾ ਜਿਹਾ ਆਨੰਦ ਵੀ ਆਇਆ। ਆਨੰਦ ਇਸ ਕਰਕੇ ਆਇਆ, ਅੰਦਰ ਠਰਿਆ ਕਿ ਮੇਰਾ ਨਾਨਕ ਰਿਸ਼ਤੇਦਾਰ ਹੈ, ਤੇ ਜੇ ਇਹਦੀ ਇਨਸਲਟ ਹੁੰਦੀ ਤੇ ਨਾਲ ਮੇਰੀ ਵੀ ਹੋਣੀ ਹੈ। ਜੇ ਲੱਕੜ ਨਾਲ ਲੋਹਾ ਤਰਦਾ ਹੈ ਤੇ ਲੱਕੜ ਕਿਤੇ ਡੁੱਬੇ ਤੇ ਨਾਲ ਲੋਹਾ ਵੀ ਡੁੱਬਣਾ ਹੈ। ਇਸ ਕਰਕੇ ਸਾਧ ਸੰਗਤ ਜੀ, ਸੱਜਣ ਦੇ ਨਾਲ ਖਲੋਈਏ, ਫਾਇਦਾ ਵੀ ਹੋ ਜਾਂਦਾ ਤੇ ਨੁਕਸਾਨ ਵੀ। ਇਹ ਨਹੀਂ ਵੀ ਜ਼ਰੂਰੀ ਆਪਾਂ ਕਿਸੇ ਦੇ ਨਾਲ ਖੜੋਤੇ ਤੇ ਆਪਣਾ ਫਾਇਦਾ ਹੀ ਹੋਣਾ, ਕਈ ਵਾਰੀ ਨੁਕਸਾਨ ਵੀ ਝੱਲਣਾ ਪੈਂਦਾ। ਪਰ ਅੱਜ ਦੁਨੀਆ ਫਾਇਦਾ ਹੀ ਵਹਿੰਦੀ ਆਪਦਾ, ਖੜੋਂਦੇ ਉਹਦੇ ਨਾਲ ਜਿਹਦੇ ਨਾਲ ਫਾਇਦਾ, ਜਿਹਦੇ ਵਹਿੰਦੇ ਵੀ ਕੋਈ ਮਤਲਬ ਨਹੀਂ, ਉਦੋਂ ਮੁੜ ਕੇ ਰਿਸ਼ਤੇ ਖਤਮ ਹੋ ਜਾਂਦੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਨੇ ਕਹਿੰਦੇ, ਭਾਈਆ ਜੈ ਰਾਮ ਜੀ ਅੰਦਰੋਂ ਠੰਡ ਵੀ ਪਈ, ਖੁਸ਼ ਵੀ, ਤੇ ਸ਼ਰਮ ਵੀ ਮਹਿਸੂਸ ਕਰਦੇ ਹੈ। ਉਹ ਇਸ ਕਰਕੇ ਕਿ ਮੈਂ ਨਾਨਕ ਤੇ ਯਕੀਨ ਨਹੀਂ ਕੀਤਾ, ਨਾਲ ਹੋ ਕੇ ਲੇਖਾ ਕਰਾਇਆ। ਇੰਨੀ ਗੱਲ ਦੀ ਆ ਰਹੀ ਕਿ ਮੇਰੇ ਤੋਂ ਭੁੱਲ ਹੋਈ, ਮੈਂ ਪਹਿਲਾਂ ਹੀ ਚਾਹੁੰਦਾ ਤੇ ਨਾਲ ਬਹਿੰਦਾ ਵੀ ਚਲੋ ਇਹਨਾਂ ਤੇ ਲੇਖਾ ਕਰਨਾ ਸੀ, ਮੈਂ ਨਾ ਆਉਂਦਾ ਨਾਲ। ਕਿਉਂਕਿ ਕਈ ਵਾਰੀ ਕਿਸੇ ਦਾ ਲੜਾਈ ਝਗੜਾ ਹੋਵੇ ਤੇ ਕਈ ਨਾਲ ਆਉਣ 'ਚ ਹੀ ਫਸ ਜਾਂਦੇ। ਆਖੋ ਸੱਤ ਬੰਦਾ ਭਾਵੇਂ ਛਡਾ ਵੀ ਰਿਹਾ ਹੋਵੇ, ਪਰਚੇ 'ਚ ਨਾ ਉਹਦਾ ਵੀ ਪਵਾ ਦਿੰਦੇ ਲੋਕ। ਉਹ ਕਹਿੰਦਾ ਚੰਗਾ ਹੋਇਆ, ਨਾਲੇ ਭਲਾ ਕਰਨਾ ਹੈ, ਨਾਲੇ ਹੁਣ ਫਸ ਗਏ ਵਿੱਚ। ਹੋਇਆ ਕਈਆਂ ਦਾ ਇੱਦਾਂ, ਤਾਂ ਹੀ ਹੁਣ ਦੁਨੀਆ ਛਡਾਉਣ ਨਹੀਂ ਜਾਂਦੀ। ਅਗਲਾ ਕਹਿੰਦਾ ਮਰਨ ਦਿਓ ਭਾਈ, ਭਲੇ ਦਾ ਜ਼ਮਾਨਾ ਨਹੀਂ ਹੈ। ਇੱਕ ਗੱਡੀ ਕਿਸੇ ਨੇ ਮਾਰੀ ਕਿਸੇ 'ਚ, ਉਹ ਜਿਹਨੇ ਮਾਰੀ ਉਹ ਤੇ ਭੱਜ ਗਿਆ, ਤੇ ਦੂਜੇ ਨੇ ਵਿਚਾਰੇ ਨੇ ਚੁੱਕਿਆ, ਨਾਲੇ ਹਸਪਤਾਲ ਪਹੁੰਚਾਇਆ। ਤੇ ਉਹ ਜਿਹ 'ਚ ਵੱਜਾ, ਉਹਨੂੰ ਕਿਤੇ ਜਦੋਂ ਵੱਜਾ ਚੱਕਰ ਚੁੱਕਰ ਆ ਗਏ। ਉਹ ਆਖੀ ਜਿਵੇਂ ਮਾਰੀ ਇਹਨੇ ਆ। ਉਹ ਆਖੇ ਭਰਾਵਾ ਨਾਲੇ ਮੈਂ ਤੈਨੂੰ ਬਚਾ ਕੇ ਲਿਆਇਆ ਨਾਲੇ। ਤੇ ਇਸ ਕਰਕੇ ਅੱਜ ਸਮਾਂ ਇੱਦਾਂ ਦਾ, ਜਿੰਨਾ ਮਰਜ਼ੀ ਕਰਕੇ ਵੇਖ ਲਓ, ਗੁਰੂ ਨਾਨਕ ਨੇ ਥੋੜ੍ਹਾ ਕੀਤਾ। ਇਸ ਕਰਕੇ ਕਹਿੰਦੇ ਭਾਈਆ ਜੈ ਰਾਮ ਜੀ ਅੱਜ ਖੁਸ਼ ਵੀ ਤੇ ਮਹਿਸੂਸ ਵੀ ਕਰ ਰਹੇ ਹਨ। ਕਟੀ ਵਿਸੂਰਤ ਪੂਰਾ ਔਰ ਹਾਂਜੀ, ਮੈਂ
ਪਰਮੇ ਪਾਕੇ ਕੂਰਾ। ਕਹਿੰਦੇ ਉਸ ਸਮੇਂ ਭਾਈਆ ਜੈ ਰਾਮ ਜੀ ਉਦਾਸ ਵੀ ਹੋਏ ਤੇ ਥੋੜਾ ਜਿਹਾ ਝੂਰ ਵੀ ਰਹੇ ਆ, ਤੇ ਉਸ ਵੇਲੇ ਆਪਣੇ ਆਪ ਨੂੰ ਇਹ ਗੱਲ ਅੰਦਰੇ ਅੰਦਰ ਪੁੱਛਦੇ ਆ ਕਿ ਮੈਂ ਕਿਸੇ ਦੀ ਚੁਗਲੀ ਕਰਨ ਤੇ ਆਪਣੇ ਨਾਨਕ ਤੇ ਸ਼ੱਕ ਕੀਤਾ। ਪੜਿਓ ਜੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ। ਮੈਂ ਛੱਡ ਗਵਾਇਆ, 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 ਮੈਂ ਛੱਡ ਗਵਾਇਆ। ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ। ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ। ਰੰਗ ਕਸੁੰਬੇ ਭੁੱਲੀ, ਰੰਗ ਕਸੁੰਬੇ ਭੁੱਲੀ, ਰੰਗ ਕੁਸੁੰਬੇ ਭੁੱਲੀ, ਰੰਗ ਕੁਸੁੰਬੇ ਭੁੱਲੀ। ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ। ਤੇ ਅੱਜ ਛੱਡਤਾ। ਸਾਰਿਆਂ ਦੇ ਕੋਲ ਬਈਦਾ ਪਰ ਮਾਰੇ ਦੇ ਕੋਲ ਨਹੀਂ ਬਹਿੰਦਾ। ਇਹ ਸ਼ਬਦ ਤਾਂ ਮਾਰੇ ਦੀ ਬਾਣੀ ਦਾ ਕਹਿੰਦੇ, ਮਿੱਤਰ ਪਿਆਰਾ, ਬੜਾ ਪਿਆਰਾ ਮਿੱਤਰ ਸੀ ਮੇਰਾ ਨਾਨਕ, ਪਰ ਮੈਂ ਕਮਲੀ ਨੇ ਛੱਡਤਾ। ਕਹਿੰਦੇ ਫਿਰ ਛੱਡਿਆ ਕਿਉਂ? ਰੰਗ ਕਸੁੰਬੇ ਭੁੱਲੀ। ਕਸੁੰਬੇ ਦਾ ਰੰਗ ਆ ਕੱਚਾ। ਆ ਗੱਡੀਆਂ, ਕੋਠੀਆਂ, ਡਾਲਰ, ਪੌਂਡ, ਪੁੱਤ, ਧੀਆਂ, ਵਿਦੇਸ਼ ਦੇ ਵੀਜ਼ੇ, ਇਹ ਕਸੁੰਬ ਆ। ਇਹਨੂੰ ਕੱਚਾ ਰੰਗ ਕਹਿੰਦੇ ਸਦਾ ਨਹੀਂ ਰਹਿਣਾ, ਇੱਕ ਦਿਨ ਖਤਮ ਹੋ ਜਾਣਾ। ਬਾਣੀ ਕਹਿੰਦੀ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ। ਕਿਸੇ ਨੇ ਪੁੱਛਿਆ ਵੀ ਛੱਡਿਆ ਕਾਹਤੋਂ ਫਿਰ ਜੇ ਪਿਆਰਾ ਸੀ? ਕਹਿੰਦੇ ਇਸ ਕਰਕੇ ਛੱਡਿਆ, ਰੰਗ ਕਸੁੰਬੇ ਭੁੱਲੀ। ਆ ਦੁਨੀਆ ਦਾ ਕੱਚਾ ਰੰਗ ਇੰਨਾ ਪਿਆਰਾ, ਕੱਪੜਿਆਂ ਵਾਲੇ ਸ਼ੋਰੂਮ 'ਚ ਵੜ ਜਾਓ ਤੇ 2 ਘੰਟੇ ਬੰਨੇ, ਜਾਂ ਕਿਸੇ ਰੈਸਟੋਰੈਂਟ 'ਚ ਵੜ ਜਾਓ ਤੇ 3 ਘੰਟੇ। ਜਦੋਂ ਗੁਰਦੁਆਰੇ ਵੜੀ ਦਾ 5 ਮਿੰਟਾਂ 'ਚ ਭੱਜ ਜਾਈਦਾ। ਆਖੋ ਸਤਿਨਾਮ। ਇੱਥੇ ਜੀ ਨਹੀਂ ਲੱਗਦਾ ਕਿਸੇ ਦਾ। ਇਹ ਤਾਂ ਮਹਾਰਾਜ ਦੇ ਕੋ ਤਾਂ ਘਬਰਾਹਟ ਹੁੰਦੀ ਵੀ ਕਿਤੇ 10 ਮਿੰਟ ਬਹਿ ਨਾ ਜਾਈਏ। ਚਲੋ ਅੱਜ ਤੇ ਤੁਸੀਂ ਯਾਤਰਾ ਕਰਦੇ, ਘਰੇ ਗੁਰੂ ਗ੍ਰੰਥ ਸਾਹਿਬ ਆਉਂਦੇ, ਫਿਰ ਕਿਹੜਾ ਬਈਦਾ। ਫਿਰ ਵੀ ਕਹੀਦਾ ਇੱਕ ਬੈਠਾ ਆ ਕੇ ਪਾਠੀ ਸਿੰਘ ਬੜਾ ਸੋਹਣਾ ਪੜ੍ਹੇ ਤੇ ਉਹਨੇ ਏਦਾਂ ਚੌਂਕੜਾ ਮਾਰਿਆ। ਇੱਕ ਪਿੱਛੋਂ ਗਿਆ, ਕਹਿੰਦਾ ਆਜੋ ਵਾਹਿਗੁਰੂ ਚਾਹ ਪੀ ਲਓ। ਵੀ ਅੱਗੇ ਭੁੱਖਾ ਹੀ ਹੈ। ਵੀ ਜੇ ਪਹਿਲੀ ਗੱਲ ਤੇ ਕੋਈ ਬਹਿੰਦਾ ਨਹੀਂ, ਜੇ ਬੈਠਾ ਉਹਨੂੰ ਬਹਿ ਲੈਣ ਦਿਓ। ਆ ਕੇ ਕਹਿੰਦੇ ਵਾਹਿਗੁਰੂ ਪਹਿਲਾਂ ਚਾਹ ਪਕੌੜੇ ਛਕ ਲਓ। ਕਹਿੰਦਾ ਚੰਗਾ ਭਰਾਵਾ, ਮੈਂ ਤੇ ਅੱਗੇ ਵੇਖਣ ਦਿਆਂ ਕੋਈ ਆਵਾਜ਼ ਮਾਰੇ। ਮੈਂ ਤੇ ਬਹਾਨਾ ਲੱਭਦਾ ਸੀ ਵੀ ਉੱਠਾਂ ਕਿਸੇ ਹਿਸਾਬ ਨਾਲ, ਤੇਰਾ ਭਲਾ ਹੋਵੇ, ਤੂੰ ਮੈਨੂੰ ਵਾਪਸ ਬੁਲਾ ਲਿਆ। ਤੇ ਇਸ ਕਰਕੇ ਸਾਧ ਸੰਗਤ ਜੀ, ਬਾਣੀ ਦੇ ਅਰਥ ਤੁਸੀਂ ਸਾਰਿਆਂ ਪੜ੍ਹੀ ਪੰਕਤੀ। ਮਾਰੇ ਕਹਿੰਦੇ ਮਿੱਤਰ ਪਿਆਰਾ ਬੜਾ ਪਿਆਰਾ ਸੀ ਮੇਰਾ ਨਾਨਕ, ਪਰ ਕੀ ਕੀਤਾ? ਛੱਡਤਾ। ਕਹਿੰਦੇ ਮੈਂ
ਮੈਨੂੰ ਮਾਸੀ ਦਾ ਫਿਕਰ ਹੈ, ਤਾਈ ਦਾ ਫਿਕਰ ਹੈ, ਭੈਣ ਦਾ ਫਿਕਰ ਹੈ, ਜਵਾਈ ਦਾ ਫਿਕਰ ਹੈ, ਮੈਨੂੰ ਗੁਰੂ ਸਾਹਿਬ ਦਾ ਕੋਈ ਫਿਕਰ ਨਹੀਂ। ਕੋਈ ਨਹੀਂ ਮੈਨੂੰ ਮਹਾਰਾਜ ਦੇ ਨਾਲ ਮਤਲਬ ਹੈਗਾ। ਮੈਂ ਮਾਸੀ ਦਾ ਸੂਟ ਲਿਆ 2500 ਦਾ, ਪ੍ਰਾਹੁਣੇ ਦੀ ਵਰਦੀ ਲਈ ਪੈਂਟ ਕੋਟ 3500 ਦਾ, ਹਾਂਜੀ, ਭੈਣ ਦੇ ਕੱਪੜੇ ਲਏ 1800 ਦਾ, ਜਦੋਂ ਗੁਰੂ ਸਾਹਿਬ ਦਾ ਰੁਮਾਲਾ ਲਿਆ 150 ਦਾ। ਜਾਣੀ ਮੇਰਾ ਕੋਈ ਮਤਲਬ ਨਹੀਂ। ਮੈਂ ਆਪਣੇ ਲਈ ਪਰਫਿਊਮ ਲਿਆ 950 ਦਾ। ਮੈਂ ਗੁਰੂ ਸਾਹਿਬ ਦੀ ਲਿਆ ਸੁਖਮਨੀ ਸਾਹਿਬ ਸੀ ਤੇ 50 ਵਾਲੀ ਨਿੱਕੀ ਜਿਹੀ ਸੀ। ਇੱਥੋਂ ਆ ਕੇ ਤੇ ਫਿਰ ਕਹਿੰਦੇ ਬਾਬਾ ਜੀ ਇਦਾਂ ਨਾ ਕਹੋ, ਇਹ ਸੱਚ ਹੀ ਹੈ। ਫਿਰ ਪੰਕਤੀ ਝੂਠ ਤੇ ਨਹੀਂ ਕਹਿੰਦੀ, ਮਿੱਤਰ ਪਿਆਰਾ ਨਾਨਕ ਜੀ ਮੈਂ ਰੰਗ ਕਸੁੰਭੈ ਭੁੱਲੀ। ਸੰਗਤਿਆ ਤੁਸੀਂ ਕਰਮਾਂ ਵਾਲੇ ਆ ਜਿਹੜੇ ਇੰਨੇ ਕਾ ਕੇ ਬਹਿ ਜਾਂਦੇ। ਹੁਣ ਤੇ ਸਮਾਂ ਬੜਾ ਮਾੜਾ, ਕੋਈ ਨਹੀਂ ਬਹਿ ਕੇ ਰਾਜੀ। ਮਾਰੇ ਕੋ ਰੰਗ ਕਸੁੰਭ ਦਾ ਇੰਨਾ ਭੈੜਾ। ਚੰਗੇ ਭਲੇ ਬੰਦੇ ਕਈ ਵਾਰੇ ਬੇਬੇ ਬਾਪੂ ਵੀ ਆਖਣਗੇ ਮੈਨੂੰ ਵੀ ਕਿਤੇ ਲੈ ਜਾਓ ਪੀਜ਼ਾ ਪੂਜਾ ਖਵਾਉਣ। ਮੈਂ ਕਿਹਾ ਬੇਬੇ ਦੰਦ ਹੈਗੇ ਤੇਰੇ, ਪੀਜ਼ਾ ਨਹੀਂ ਖਾਧਾ ਜਾਣਾ, ਚੁੱਪ ਕਰਕੇ ਲੰਗਰ ਦਾ ਪ੍ਰਸ਼ਾਦਾ ਛਕ ਲਾ। ਵੀ ਸਾਰੇ ਹੀ ਹੁਣ ਮਾਡਰਨ ਹੋ ਗਏ। ਕਸੁੰਭ ਦਾ ਰੰਗ ਕੱਚਾ, ਆਪਣੇ ਵੱਲ ਨੂੰ ਖਿੱਚਦਾ ਬੜਾ ਜੇ। ਕਈ ਵਾਰੀ ਬੰਦਾ ਸ਼ਹਿਰ ਬਹਿਰ ਸਾਰੇ ਹੀ ਜਾਂਦੇ ਆ ਤੇ 5-5 ਘੰਟੇ ਲਾ ਕੇ ਆਉਂਦੇ ਬਾਜ਼ਾਰਾਂ 'ਚ। ਪਹਿਲੀ ਗੱਲ ਗੁਰਦੁਆਰੇ ਆਉਂਦਾ ਕੋਈ ਨਹੀਂ, ਜੇ ਕਿਤੇ ਆ ਵੀ ਜਾਵੇ ਤੇ ਕਹਿੰਦਾ 5 ਮਿੰਟ ਹੀ ਮੱਥਾ ਟੇਕਿਓ, ਛੇਤੀ ਆ ਜਿਓ। ਕਿਉਂਕਿ ਜਿਹੜਾ ਬਾਹਰ ਗੱਡੀ 'ਚ ਬੈਠਾ ਉਹ ਉਦੋਂ ਹੀ ਕਹਿੰਦਾ ਵੀ ਛੇਤੀ ਮੁੜਿਆ, ਮੈਂ ਗੱਡੀ ਮੋੜ ਲਾਂ। ਬਸ ਮੋੜਦਿਆਂ ਅੰਦਰੋਂ ਹੋ ਕੇ ਆ ਜਾਇਓ। ਇੰਨੀ ਕਾਹਲੀ, ਇਹ ਪਿਆਰ ਹੈ। ਭੈਣ ਕੋ ਗਿਆ ਰਾਤ ਰਹਿ ਕੇ ਆਉਣਾ ਮੈਂ, ਮਾਸੀ ਕੋ ਜਾਓ 2 ਰਾਤਾਂ। ਉਹ ਗੁਰੂ ਕੋਲ ਰਾਤ ਕੀ ਰਹਿਣੀ, ਕਿਤੇ 10 ਮਿੰਟ ਬਹਿ ਜਾ ਕਰ। ਕਹਿੰਦੇ ਟੇਢੀ ਜੂਨ ਹੈ ਪਤੰਗਾ, ਟੇਢੀ ਜੂਨ ਹੈ ਪਤੰਗਾ, ਜਦੋਂ ਦੀਵਾ ਜਗਦਾ ਹੈ ਤੇ ਪਤੰਗਾ ਆਪੇ ਆਉਂਦਾ। ਟੇਢੀ ਜੂਨ ਹੈ ਭੌਰਾ, ਜਦੋਂ ਫੁੱਲ ਖਿੜਦਾ ਤੇ ਭੌਰਾ ਬੋਲੋ ਨਾ ਆਪੇ ਆਉਂਦਾ। ਟੇਢੀ ਜੂਨ ਹੈ ਚਕੋਰ, ਜਦੋਂ ਚੰਦਰਮਾ ਚੜ੍ਹਦਾ ਤੇ ਆਪੇ ਆਉਂਦਾ। ਟੇਢੀ ਜੂਨ ਹੈ ਹਿਰਨ, ਜਦੋਂ ਕੰਡੇ ਹੇੜੇ ਦਾ ਸਾਜ ਵੱਜਦਾ ਤੇ ਓਏ ਸਿੱਖਾ ਤੂੰ ਕਿੰਨਾ ਬਦਕਿਸਮਤ ਹੈ। ਉਹ ਟੇਢੀਆਂ ਜੂਨਾਂ ਤਾਂ ਵੀ ਆਪਣੇ ਪਿਆਰੇ ਕੋ ਆਪੇ ਆਉਂਦੀਆਂ। ਤੇਰਾ ਗੁਰੂ ਤਾਂ ਰੋਜ਼ ਕਹਿੰਦਾ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਤੂੰ ਤਾਂ ਵੀ ਨਹੀਂ ਆਉਂਦਾ। ਹੁਣ ਮੈਨੂੰ ਫਰੀ ਕਰ ਦਿਓ। ਕਈ ਵਾਰ ਆਪਾਂ ਕਹਿੰਦੇ ਜੀ ਕੋਲੋਂ ਨਾ ਬਾਬਾ ਜੀ ਕਹਿ ਰਹੇ ਹੋਣ, ਨਾ ਨਾ, ਬਾਣੀ ਕੀ ਕਹਿੰਦੀ ਆਵੋ। ਤੇ ਆ ਕੇ ਕੀ ਕਰੋ, ਮੱਥਾ ਟੇਕ ਕੇ ਭੱਜਣਾ ਨਹੀਂ, ਪ੍ਰਸ਼ਾਦ ਲੈ ਕੇ ਨਿਕਲਣਾ ਨਹੀਂ। ਮੈਂ ਨਹੀਂ ਕਹਿੰਦਾ, ਗੁਰੂ ਅਮਰਦਾਸ ਜੀ ਕਹਿੰਦੇ ਆਵੋ, ਆ ਕੇ ਕੀ ਕਰੋ, ਗਾਵੋ ਸੱਚੀ ਬਾਣੀ। ਬਹਿ ਜਾਓ ਕਿਤੇ ਸੰਗਤ ਵਿੱਚ ਗਾ ਲਓ ਵਾਹਿਗੁਰੂ 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 ਵਾਹਿਗੁਰੂ। ਤੋ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਜੀ, ਤੂੰ ਬੜਾ ਮਿੱਤਰ ਪਿਆਰਾ ਸੀ ਮੇਰਾ, ਤੂੰ ਮੇਰੇ ਕੰਮ ਆਉਣਾ ਆਖਰੀ ਸਮੇਂ, ਪਰ ਮੈਂ ਤੈਨੂੰ ਛੱਡਤਾ। ਤੇਰੇ ਲਈ ਮੇਰੇ ਕੋਲ ਟਾਈਮ ਹੈ ਨਹੀਂ, ਬਾਕੀ ਸਾਰਿਆਂ ਵਾਸਤੇ ਹੈ। ਤੋ ਇਸ ਕਰਕੇ ਅੱਜ ਭਾਈਆ ਜੈ ਰਾਮ ਜੀ ਥੋੜਾ ਜਿਹਾ ਉਦਾਸ ਹੋ ਗਏ, ਆਪਣੇ ਆਪ ਤੇ ਗੁੱਸਾ ਕਰ ਰਹੇ ਵੀ ਮਨਾ ਤੂੰ ਕਾਹਤੋਂ ਸ਼ੱਕ ਕੀਤਾ। ਕਈ ਵਾਰੀ ਆਪਾਂ ਕਿਸੇ ਨੂੰ ਕੁਝ ਕਹਿ ਲਈਏ ਤੇ ਫਿਰ ਆਪਣੇ ਆਪ ਇਕੱਲੇ ਝੁਰੀ ਜਾਈਦਾ ਵੀ ਮੈਂ ਅੱਜ ਗਲਤ ਕੀਤਾ। ਏਦਾਂ ਹੀ ਫਿਰ ਉਹ ਝੂਰ ਰਹੇ ਹੈ ਕਿ ਮੈਂ ਨਾਨਕ ਤੇ ਸ਼ੱਕ ਕੀਤਾ ਵੀ ਕਿਤੇ ਵਾਕਿਆ ਫਰੀ ਸੌਦਾ ਦੇਈ ਜਾਂਦਾ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ। ਆਏ ਕਾਮ ਜੈ ਰਾਮਾ, ਮਚ ਬੈਠੇ ਸੇਵਕ ਸਾਮਾ। ਔਰ ਕਹਿੰਦੇ ਇੱਧਰ ਬਾਬੇ ਦੇ 135 ਰੁਪਏ ਵੱਧ ਗਏ ਤੇ ਮਹਾਰਾਜ ਦੇ ਚਿਹਰੇ ਤੇ ਰੌਣਕਾਂ। ਬਾਲਾ ਜੀ ਕਹਿ ਰਹੇ ਮਹਾਰਾਜ ਮੈਂ ਵੀ ਖੁਸ਼ ਸੀ, ਕਿਉਂਕਿ ਕਿਸੇ ਦਾ ਮਿੱਤਰ ਤਰੱਕੀ ਕਰੇ ਤੇ ਮਿੱਤਰ ਖੁਸ਼ ਹੁੰਦਾ। ਅੱਜ ਕੱਲ ਉਲਟਾ ਹੈ, ਅੱਜ ਕੱਲ ਕੋਈ ਤਰੱਕੀ ਕਰੇ ਤੇ ਮਿੱਤਰ ਸੜਦਾ। ਇੱਥੋਂ ਕੀ ਸਕਾ ਭਰਾ ਨਹੀਂ ਜਰਨ ਦਿਆ, ਆਖੋ ਸਤਿਨਾਮ। ਬਗਾਨੇ ਨੇ ਤੇ ਕਿਸੇ ਕੀ ਜਰਨਾ ਤਰੱਕੀ ਨੂੰ, ਸਕੇ ਨਹੀਂ ਜਰਦੇ ਆਪਣੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਨੇ, ਰਹਿਮਤਾਂ ਦੇ ਦਾਤੇ ਨੇ, ਮਰਦਾਨਾ। ਵਾਹਿਗੁਰੂ ਬਾਲਾ ਜੀ ਕਹਿ ਰਹੇ ਗੁਰੂ ਸਾਹਿਬ ਮੈਂ ਬੜਾ ਖੁਸ਼ ਸੀ। ਕਹਿੰਦੇ ਫਿਰ ਅਸੀਂ ਦੋਵੇਂ ਖੁਸ਼ ਸੀ, ਪਰ ਭਾਈਆ ਜੈ ਰਾਮ ਉਦਾਸ ਸੀ। ਤੇ ਨਾਨਕ ਜੀ ਕਹਿੰਦੇ ਭਾਈਆ ਜੀ ਕੀ ਹੋਇਆ, ਜਦੋਂ ਹਿਸਾਬ ਕਰਦੇ ਸੀ ਉਦੋਂ ਤਾਂ ਬੜੇ ਖੁਸ਼ ਸੀ, ਤੇ ਹੁਣ ਤੁਹਾਡੇ ਤੋਂ ਮੇਰੀ ਖੁਸ਼ੀ ਵੇਖੀ ਨਹੀਂ ਗਈ। ਕਹਿੰਦੇ ਨਾ ਨਾਨਕਾ, ਪਹਿਲਾਂ ਹੀ ਜ਼ਖਮੀ ਆ, ਜ਼ਖਮ ਨੂੰ ਹੋਰ ਨਾ ਛੇੜ। ਸੰਗਤੇ ਜਿੱਥੇ ਪਹਿਲਾਂ ਜ਼ਖਮ ਹੋਇਆ ਹੋਵੇ ਕਿਤੇ ਉੱਥੇ ਫੇਰ ਸੱਟ ਲੱਗ ਜੇ ਤੇ ਬੰਦੇ ਦੀ ਜਾਨ ਨਿਕਲਦੀ ਹੈ। ਕਈ ਵਾਰੀ ਆਮ ਹੀ ਪਹਿਲੇ ਸੱਟ ਲੱਗੀ ਹੋਵੇ ਨਾ, ਭਾਈ ਸਾਹਿਬ ਦੀ ਪਲੇਟ ਕੱਢੀ ਲੱਤ ਦੀ,
ਤੋ ਮੈਂ ਸਵੇਰੇ ਸਹਿ ਸੁਭਾਈ ਗੋਡੀਆਂ ਹੱਥ ਲਾਉਣ ਲਈ ਚਾਹ ਵਾਸਤੇ, ਮੈਂ ਕਿਹਾ ਸ਼ੁਕਰ ਆ ਗਿਆ, ਉਸ ਲੱਤ ਤੇ ਹੱਥ ਲੱਗ ਗਿਆ, ਉਹ ਬੰਦੇ ਦੀ ਜਾਨ ਨਿਕਲ ਗਈ, ਕਹਿੰਦੇ ਮਾਰਤਾ ਹੀ। ਤੋ ਇਸ ਕਰਕੇ ਜਿੱਥੇ ਪਹਿਲਾਂ ਜ਼ਖਮ ਹੋਇਆ ਹੋਵੇ ਉੱਥੇ ਹੋਰ ਲੱਗ ਜੇ ਤੇ ਜਾਨ ਨਿਕਲਦੀ ਹੈ। ਹੁਣ ਉਹ ਤਾਂ ਪਹਿਲਾਂ ਜ਼ਖਮੀ ਸੀ ਅੰਦਰੋਂ, ਕਿਉਂਕਿ ਉਹ ਅੱਗੇ ਪਛਤਾ ਰਿਹਾ। ਉਤੋਂ ਮਹਾਰਾਜ ਕਹਿੰਦੇ ਕੀ ਗੱਲ ਸਾਡੀ ਖੁਸ਼ੀ ਤੇ ਖੁਸ਼ ਨਹੀਂ ਹੈ, ਅੱਖਾਂ 'ਚ ਹੰਝੂ ਉਤਰ ਆਏ। ਹੱਥ ਜੋੜ ਕੇ ਕਹਿੰਦੇ ਨਾਨਕ ਜੀ ਬਸ ਕਰੋ। ਜਿੱਦਾਂ ਕਹਿੰਦੇ ਇੱਕ ਮੁਸਲਮਾਨ ਪਾਕਿਸਤਾਨ ਦੇ ਵਿੱਚ ਮਸਜਿਦ ਦੇ ਲਾਗੇ ਬੈਠਾ ਪੁਰਾਣਾ ਬਜ਼ੁਰਗ ਸੀ ਫਕੀਰ, ਉਹਨੂੰ ਸਾਰੀ ਕਥਾ ਆਉਂਦੀ ਸੀ ਕਰਬਲਾ ਦੇ ਜੰਗ ਦੀ। ਜਿੱਦਾਂ ਆਪਣੇ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਦੇ ਨਾ ਕਈ, ਕਹਿ ਕੇ ਉਧਰ ਕਰਬਲਾ ਹੋਇਆ, ਕਰਬਲਾ ਦੇ ਜੰਗ 'ਚ ਮੁਹੰਮਦ ਸਾਹਿਬ ਦੇ ਦੋਹਤੇ ਹਸਨ ਤੇ ਹੁਸੈਨ ਸ਼ਹੀਦ ਹੋਏ, ਤੇ ਉਹ ਬਜ਼ੁਰਗ ਨੂੰ ਸਾਰੀ ਕਥਾ ਆਉਂਦੀ ਸੀ। ਤੇ ਜਿੰਨੇ ਉਸ ਮਸਜਿਦ 'ਚ ਜਾਣਾ ਤੇ ਉਹਦੇ ਕੌਲੇ 'ਚ 10 ਰੁਪਈਏ ਪਾ ਦੇਣੇ, 10 ਰੁਪਈਏ ਪਾ ਕੇ ਕਹਿਣਾ ਸੁਣਾ ਫਕੀਰਾ ਕਰਬਲਾ ਜੰਗ। ਕਹਿੰਦੇ ਇੱਕ ਦਿਨ ਕਿਸੇ ਨੇ 10 ਰੁਪਈਏ ਦਿੱਤੇ, ਕਹਿੰਦੇ ਸੁਣਾ ਫਿਰ ਹਸਨ ਤੇ ਹੁਸੈਨ ਬਾਰੇ। ਉਹਨੇ ਚੁੱਕ ਕੇ ਕੌਲਾ ਮਾਰਿਆ, ਕਹਿੰਦਾ ਹੱਥ ਜੋੜੇ ਚਲੇ ਜਾਓ, ਮੇਰੇ ਕੋ ਨਹੀਂ ਸੁਣਾਇਆ ਜਾਂਦਾ। ਹੁਣ ਤਾਂ ਰੋ ਰੋ ਕੇ ਮੇਰੀਆਂ ਅੱਖਾਂ 'ਚੋਂ ਪਾਣੀ ਵੀ ਮੁੱਕ ਗਿਆ। ਜਿੱਦਾਂ ਆਪਣੇ ਸਾਹਿਬਜ਼ਾਦਿਆਂ ਦੀ ਕਥਾ, ਉਹਨਾਂ ਦਾ ਕਰਬਲਾ ਹੋਇਆ ਬਹੁਤ ਵੱਡਾ। ਦਿੱਤਾ ਜ਼ਹਿਰ ਤਕਦੀਰ ਨੇ ਹਸਨ ਤਾਈਂ, ਸੀਸ ਸਾਹ ਹੁਸੈਨ ਦਾ ਕੱਟਦੀ ਹੈ, ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਕਿੱਥੇ ਪਿੱਛੇ ਹਟਦੀ ਹੈ। ਉਹ ਮੰਨਦੇ ਉਹਨਾਂ ਨੂੰ ਬਹੁਤ ਵੱਡੀ ਕੁਰਬਾਨੀ ਮੁਹੰਮਦ ਸਾਹਿਬ ਦੇ ਦੋਹਤੇ ਹਸਨ ਤੇ ਹੁਸੈਨ। ਉਹਨੇ ਕੌਲਾ ਸੁੱਟਤਾ, ਕਹਿੰਦੇ ਮੇਰੇ ਤੋਂ ਰੋਇਆ ਨਹੀਂ ਜਾਣਾ। ਕਹਿੰਦੇ ਕਿਉਂ? ਕਹਿੰਦੇ ਸਾਹਿਬਜ਼ਾਦਿਆਂ ਦੀ ਕਥਾ ਰੋਣ ਤੋਂ ਬਿਨਾਂ ਸੁਣਾਈਓ ਹੀ ਨਹੀਂ ਜਾਂਦੀ। ਕੋਈ ਐਸਾ ਹੋਊ ਜਿਹੜਾ ਨਾ ਰੋਇਆ ਹੋਵੇ, ਇਹ ਕਥਾ ਹੀ ਇਦਾਂ ਦੀ ਹੈ। ਤੋ ਇਸ ਕਰਕੇ ਸਾਧ ਸੰਗਤ ਜੀ, ਅੱਜ ਭਾਈਆ ਜੈ ਰਾਮ ਜੀ ਵਿਰਾਗ ਕਰ ਰਹੇ, ਕਹਿੰਦੇ ਬਾਬਾ ਇਦਾਂ ਨਾ ਕਰ, ਅੱਗੇ ਮੈਂ ਤਾਂ ਦੁਖੀ ਐ, ਤੈਨੂੰ ਪਹਿਲਾਂ ਹੀ ਮੰਦੇ ਬੋਲ ਬੋਲੇ ਐ। ਅੱਜ ਵੀ ਸੰਗਤ ਜਿਹੜੀ ਸਿਆਣੀ ਨਾ, ਕਿਤੇ ਕਿਸੇ ਗੁਰੂ ਘਰ ਦੇ ਸੇਵਾਦਾਰ ਰਾਗੀ ਨੂੰ, ਵਜ਼ੀਰ ਨੂੰ ਕਿਤੇ ਬੋਲਿਆ ਹੋਵੇ, ਦੂਜੇ ਦਿਨ ਆ ਕੇ ਮਾਫੀ ਮੰਗ ਲੈਂਦੇ, ਬਾਬਾ ਜੀ ਸਾਰੀ ਰਾਤ ਨੀਂਦ ਨਹੀਂ ਆਈ, ਤੁਹਾਨੂੰ ਹਾਸੇ 'ਚ ਕਹਿ ਦਿੱਤਾ ਸੀ, ਪਰ ਰਾਤ ਸਾਰੀ ਇਦਾਂ ਹੀ ਲੰਘੀ ਵੀ ਕਿਉਂ ਕਹਿਤਾ। ਇਹ ਵੀ ਕਿਸੇ ਦੇ ਹੈਗੇ ਆ, ਉਦਾਂ ਤਾਂ ਨਹੀਂ ਤੁਰੇ ਫਿਰਦੇ ਚੋਲੇ ਪਾ ਕੇ, ਮਾਲਕ ਦੇ ਆ ਅਸੀਂ। ਕਹਿੰਦੇ ਨਾ ਕੁੱਤਾ ਜਿਹੜਾ ਹੁੰਦਾ ਨਾ ਪਟੇ ਵਾਲਾ, ਉਹਨੂੰ ਕੋਈ ਮਾਰਦਾ ਨਹੀਂ ਵੀ ਕਿਸੇ ਮਾਲਕ ਦਾ ਭੁਲੇਖੇ ਨਾ ਆ ਗਿਆ। ਤੇ ਜਿਹੜੇ ਪਸ਼ੂ ਦੇ ਗਲ 'ਚ ਸੰਗਲ ਹੋਵੇ, ਕਿਤੇ ਤੁਹਾਡੇ ਘਰੇ ਆ ਜੇ ਤੇ ਤੁਸੀਂ ਕਹੋਗੇ ਵੀ ਇਹ ਕਿਸੇ ਦਾ ਖੁੱਲ ਕੇ ਆ ਗਿਆ, ਵਾਰਾ ਨਹੀਂ, ਕਿਉਂਕਿ ਸੰਗਲ ਹੈ। ਜਿਹਦੇ ਗਲ 'ਚ ਕੁੜਤਾ ਪਜਾਮਾ ਤੇ ਗਾਤਰਾ ਏ, ਉਹ ਵੀ ਕਿਸੇ ਦਾ ਰੱਖਿਆ ਹੋਇਆ ਹੈ। ਉੱਦਾਂ ਨਹੀਂ ਤੁਰੇ ਫਿਰਦੇ ਵਿਚਾਰੇ ਘਰਾਂ ਦੇ ਵਿੱਚ ਜਾ ਕੇ, ਇਹ ਕਿਸੇ ਦੇ ਮਾਣੇ ਸਤਕਾਰੇ ਹੈ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈਆ ਜੀ ਆ ਜਾਓ, ਮੰਜੇ ਤੇ ਲਾਗੇ ਹੋ ਕੇ ਬਹਿ ਜਾਓ, ਦੂਰ ਕਾਹਤੋਂ ਜਾਂਦੇ ਹੋ। ਭਗਨੀ ਪੂਜਤ ਐਸੋ, ਕਹੁ ਕਾ ਨਿਬਰਿਓ ਕੈਸੋ। ਲਓ ਜੀ, ਤੀਜਾ ਜ਼ਖਮ ਬੇਬੇ ਨੇ ਦੇਤਾ। ਹੁਣ ਜਦੋਂ ਘਰੇ ਮੰਜੀ ਤੇ ਬੈਠੇ ਤੇ ਬੇਬੇ ਆ ਗਈ ਦੁੱਧ ਲੈ ਕੇ, ਜਲ ਪਾਣੀ, ਤੇ ਜਿੱਦਾਂ ਭੈਣਾਂ ਦਾ ਸੁਭਾਅ ਏ, ਆਉਂਦਿਆਂ ਕਹਿਣ ਲੱਗੀ ਬੱਲੇ ਬੱਲੇ ਆ ਮੇਰਾ ਵੀਰ, ਸੁਣਾ ਵੀਰਾ ਫਿਰ ਕੀ ਨਿਕਲਿਆ ਤੇਰੇ ਹਿਸਾਬ ਕਿਤਾਬ ਚੋਂ। ਆਖੋ ਸਤਨਾਮ। ਇਹਨੂੰ ਕਹਿੰਦੇ ਪਤੀ ਨੂੰ ਵੀ ਕਹਿਣ ਲੱਗੇ ਸਰਦਾਰ ਜੀ ਮੇਰੇ ਨਾਨਕ ਦਾ ਕੀ ਨਿਬੜਿਆ ਫਿਰ। ਸੁਖ ਨਹਿ ਬੈਨ ਬਖਾਨੇ, ਸੁਣ ਜੀਜਾ ਬਾਤ ਸੋ ਜਾਣੇ। ਤੇ ਬਾਬਾ ਨਾਨਕ ਕਿਹੜਾ ਘੱਟ ਸੀ, ਬਾਬੇ ਨੇ ਫੇਰ ਇਸ਼ਾਰਾ ਉਧਰ ਨੂੰ ਕਰਤਾ। ਲਓ ਜੀ, ਚੌਥੀ ਫੇਰ ਪੈ ਗਈ। ਜਦੋਂ ਕਹਿਣ ਲੱਗੀ ਵੀਰਾ ਕੀ ਲੇਖਾ ਨਿਬੜਿਆ, ਤੇ ਨਾਨਕ ਜੀ ਹੱਸ ਕੇ ਕਹਿੰਦੇ ਬੇਬੇ ਆਪਣੇ ਸਰਦਾਰ ਸਾਹਿਬ ਤੋਂ ਹੀ ਪੁੱਛ ਲੈ, ਇਹਨੂੰ ਸਾਰਾ ਹੀ ਪਤਾ। ਆਖੋ ਸਤਨਾਮ। ਹੁਣ ਕਿੱਦਾਂ ਬੋਲੂਗਾ, ਕਿੱਦਾਂ ਸੁਣਾਊਗਾ, ਉਹ ਤਾਂ ਅੱਗੇ ਰਿਸਿਆ ਪਿਆ, ਅੰਦਰ ਤਾਂ ਅੱਗੇ ਹੀ ਬੋਲਿਆ ਨਹੀਂ ਜਾਣਾ। ਤੋ ਇਸ ਕਰਕੇ ਕਿਸੇ ਵਕਤ ਨੂਰੇ ਨੇ ਕਥਾ ਸੁਣਾਈ ਸੀ ਨਾ, ਉਹ ਵੀ ਏਦਾਂ ਹੀ ਸੀ, ਉਹ ਤੋਂ ਬੋਲਿਆ ਨਹੀਂ ਸੀ ਜਾਂਦਾ। ਕਹਿੰਦੇ ਜੋ ਨੂਰੇ ਨੇ ਸੁਨਾਇਆ ਅੰਦਾਜ਼ ਹੀ ਵੱਖਰਾ ਥਾ, ਜੋ ਮੇਰੇ ਗੋਬਿੰਦ ਨੇ ਬਜਾਇਆ ਉਹ ਸਾਜ਼ ਹੀ ਵੱਖਰਾ ਥਾ। ਧੰਨ ਮੇਰੇ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਬੇਬੇ ਇੱਧਰ ਹੋ, ਆਪਦੇ ਪ੍ਰਾਹੁਣਾ ਸਾਹਿਬ ਤੋਂ ਪੁੱਛ, ਇਹਨੇ ਹਿਸਾਬ ਕਿਤਾਬ ਨਾਲ ਹੋ ਕੇ ਕਰਾਇਆ, ਉਹ ਤਾਂ ਅੱਗੇ ਫਿਸਿਆ ਪਿਆ ਸੀ। ਸੰਗਤੇ ਮਹਿਸੂਸ ਕਰਿਓ, ਇੱਥੇ ਨਾ ਬੈਠੇ ਰਿਓ, ਕਥਾ ਸੁਣ ਕੇ ਉੱਥੇ ਪਹੁੰਚ ਜਾਓ। ਬਿਲਕੁਲ ਹੁਣ ਤਾਂ ਵੈਸੇ ਆਪਾਂ ਲਾਗੇ ਹੀ ਹੈ, ਦੂਰ ਵਾਲੇ ਕਥਾ ਸੁਣ ਕੇ ਇੰਗਲੈਂਡ ਅਮਰੀਕਾ ਵਾਲੇ ਤਾਂ ਕੱਲ ਵੀ ਫੋਨ ਆਇਆ, ਉਹ ਕਹਿਣ ਲੱਗੇ ਜੀ ਅੱਜ ਪਤਾ ਲੱਗਾ ਵੀ 3.5 ਮਹੀਨੇ ਲੱਗੇ ਹਿਸਾਬ ਕਿਤਾਬ ਨੂੰ, ਇੰਨਾ ਪਤਾ ਨਹੀਂ ਸੀ ਜਿਹੜੇ ਸੁਣਦੇ ਹੁਣ ਰੋਜ਼। ਤੋ ਇਸ ਕਰਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਕਿਰਪਾ ਕਰੇ, ਦਇਆਓ ਤਰਸਦੇ ਐ।
ਆਪਾਂ ਤਾਂ 5 ਕਿਲੋਮੀਟਰ ਦੂਰ ਬੈਠੇ ਆ, ਜਿੱਥੋਂ ਦੀ ਇਹ ਕਥਾ ਚੱਲ ਰਹੀ ਨਾ ਉੱਥੋਂ 5 ਕਿਲੋਮੀਟਰ ਆ ਇਸ ਵੇਲੇ ਆਪਾਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਆ। ਤੇ ਉਸ ਵੇਲੇ ਕਹਿੰਦੇ ਮਹਾਰਾਜ ਕਹਿੰਦੇ ਬੇਬੇ ਆ ਭਾਈਆ ਜੈ ਰਾਮ ਨੂੰ ਸਾਰਾ ਪਤਾ ਹੈ, ਇਹਨਾਂ ਤੋਂ ਪੁੱਛਣਾ ਕਰ। ਜੈ ਮੋਤੀ ਖਾਨਾ ਆਪੋਏ ਨਾ ਮੋ ਗੁਜਰਾਨਾ। ਤੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਤਾ ਕਹਿੰਦੇ ਬੇਬੇ ਹੁਣ ਮੇਰਾ ਗੁਜ਼ਾਰਾ ਨਹੀਂ ਹੋਣਾ ਇੱਥੇ, ਆਪਣਾ ਮੋਦੀ ਖਾਨਾ ਸੰਭਾਲ ਲਓ। ਆਖੋ ਸਤਨਾਮ ਵਾਹਿਗੁਰੂ। ਪਹਿਲਾਂ ਤਾਂ ਭਾਈਆ ਜੈ ਰਾਮ ਜੀ ਰੋਂਦਾ, ਹੁਣ ਬੇਬੇ ਵੀ ਸ਼ੁਰੂ ਹੋ ਗਈ, ਕਿਉਂਕਿ ਕੋਈ ਚਾਹੁੰਦਾ ਥੋੜਾ ਆਪਣੇ ਨੂੰ ਗਵਾਉਣਾ। ਸੰਗਤੇ ਕੀ ਪਿਆਰ ਹੀ ਹੈ ਆਪਣਾ, ਤੁਹਾਡਾ ਦਾਸ ਨਾ ਮੇਰਾ, ਤੁਹਾਡੇ 'ਚ ਕੋਈ 2 ਦਿਨ ਨਾ ਆਵੇ ਆਪਾਂ ਕਹੇ ਕਿੱਥੇ ਸੀ, ਫੋਨ ਵੀ ਕਰੀਦਾ ਵੀ ਆਉਂਦੇ ਨਹੀਂ। ਖਾਣਾ ਤੇ ਆਪੋ ਆਪਣਾ ਹੀ ਹੈ, ਮੈਂ ਨਾ ਆਵਾਂ ਤੁਸੀਂ ਕਰਦੇ ਹੋ ਕਿੱਥੇ ਚਲੇ ਗਏ, ਆਏ ਨਹੀਂ। ਤੇ ਸੰਗਤੇ ਪਿਆਰ ਚੀਜ਼ ਹੀ ਐਸੀ ਹੈ, ਦੋਵਾਂ ਵਿੱਚੋਂ ਕਿੱਥੇ ਜਾਵਾਂ ਇਹੋ ਦੁੱਖ ਮਾਰਦਾ। ਇੱਕ ਘਰ ਰੱਬ ਦਾ, ਦੂਜਾ ਘਰ ਯਾਰ ਵੱਲੇ ਜਾਵਾਂ ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ, ਰੱਬ ਕੋਲੇ ਜਾਣਾ ਤੇ ਉਹ ਲਾਗੇ ਵੀ ਆਉਂਦਾ ਨਹੀਂ। ਦੋਵਾਂ ਵਿੱਚੋਂ ਕਿੱਥੇ ਜਾਵਾਂ ਇਹੋ ਦੁੱਖ, ਇੱਕ ਘਰ ਰੱਬ ਦਾ। ਧੰਨ ਮੇਰੇ ਨਾਨਕ ਦੀ ਬੇਬੇ ਨੇ ਜਦੋਂ ਹਾਸੇ 'ਚ ਕਿਹਾ ਨਾ, ਮਹਾਰਾਜ ਪਹਿਲਾਂ ਤਾਂ ਹੱਸ ਪਏ, ਕਹਿੰਦੇ ਇਹਨੂੰ ਪਤਾ ਹੀ ਸਾਰਾ। ਤੇ ਭਾਈਆ ਜੈ ਰਾਮ ਤਾਂ ਅੱਗੇ ਅੱਖਾਂ 'ਚ ਜਲ ਵਹਿ ਰਿਹਾ, ਨਿਮਰਤਾ ਨਾ ਹਿਰਦਾ। ਕਿਉਂਕਿ ਸੰਗਤੇ ਜਦੋਂ ਬੰਦੇ ਦਾ ਮਨ ਜਾਗਦਾ ਨਾ ਉਹਦੀਆਂ ਅੱਖਾਂ 'ਚ ਪਾਣੀ ਆਉਂਦਾ, ਕਿਉਂਕਿ ਜਿੰਨਾ ਚਿਰ ਮੋਮਬੱਤੀ ਜਗਦੀ ਨਹੀਂ ਨਾ ਉਹਨਾਂ ਚਿਰ ਉਹਦੇ ਹੰਝੂ ਡਿੱਗਦੇ ਨਹੀਂ। ਤੁਸੀਂ ਕਹੋਗੇ ਮੋਮਬੱਤੀ ਦੇ ਹੰਝੂ ਹੁੰਦੇ ਜੇ, ਜਦੋਂ ਮੋਮਬੱਤੀ ਜਗਦੀ ਹੈ ਤੇ ਪਾਸੇ ਨੂੰ ਕੁਝ ਕਿਰਦਾ ਗਿੱਲਾ ਗਿੱਲਾ, ਉਹ ਹੰਝੂ ਹੈ। ਉਹ ਹੰਝੂ ਕਹਿੰਦੇ ਹੈ, ਕਹਿਣ ਲੱਗੇ ਜਗਾਉਣ ਵਾਲਿਆ ਤੇਰਾ ਭਲਾ ਹੋਏ, ਅੱਜ ਮੇਰਾ ਵੀ ਮੁੱਲ ਪੈ ਜੂ। ਮੈਂ ਬਥੇਰੇ ਚਿਰ ਦੀ ਡੱਬੇ 'ਚ ਪਈ ਸਾਂ, ਅੱਜ ਮੇਰੀ ਵੀ ਗਤੀ ਹੋ ਗਈ। ਸੰਗਤੇ ਮੋਮਬੱਤੀ ਜਦੋਂ ਬੁਝੀ ਹੁੰਦੀ ਬੜੀ ਸਖਤ ਹੈ, ਸੂਈ ਨਹੀਂ ਲੰਘਦੀ ਉਹ 'ਚ। ਜਦੋਂ ਫਿਰ ਜਗਦੀ ਹੈ ਨਾ, ਇੱਕ ਛੋਟਾ ਜਿਹਾ ਕੇਸ ਤੁਹਾਡੇ ਸਿਰ ਦਾ ਹੋਵੇ ਉਹਦੇ ਉੱਤੋਂ ਦੀ ਫੇਰਿਓ ਤੇ ਆਰ ਪਰ ਲੰਘ ਜੀ। ਇਸੇ ਤਰ੍ਹਾਂ ਜਿਹੜੇ ਸਿੱਖ ਕਥਾ ਸੁਣ ਕੇ ਬਾਣੀ ਸੁਣ ਕੇ ਜਾਗ ਗਏ, ਉਹਨਾਂ ਦੇ ਹਿਰਦੇ ਇੰਨੇ ਕੁ ਕੋਮਲ ਹੋ ਜਾਂਦੇ ਆ, ਆਪਣੇ ਘਰ ਦੀਆਂ ਗੱਡੀਆਂ ਦੀਆਂ ਚਾਬੀਆਂ ਫੜਾ ਦਿੰਦੇ ਮਹਾਂਪੁਰਖਾਂ ਨੂੰ। ਇੱਥੋਂ ਤੱਕ ਇਤਿਹਾਸ ਪੜ੍ਹ ਕੇ ਵੇਖਿਆ ਏ, ਬਾਬਾ ਆਨੰਦ ਸਿੰਘ ਜੀ ਕਿਤੇ ਜਾ ਰਹੇ, ਕਿਸੇ ਦੇ ਘਰ ਏਦਾਂ ਦਾ ਬਚਨ ਸੁਣਾਤਾ, ਉਹਨਾਂ ਨੇ ਸਾਰੀ ਜਾਇਦਾਦ ਕਮਾਈ ਬਾਬਾ ਜੀ ਨੂੰ ਦੇਤੀ। ਕਹਿੰਦੇ ਜੀ ਰੱਖ ਲਓ, ਮੈਂ ਨਹੀਂ ਲੈਣਾ। ਜੇ ਜਾਗਿਆ ਸੀ ਸੇਠ ਟੋਡਰ ਮੱਲ ਤੇ 78,000 ਮੋਹਰ ਦੇਤੀ, ਰੁਪਈਆ ਨਹੀਂ ਕੋਈ ਦਿੰਦਾ। 78,000 ਮੋਹਰ ਅੱਜ 2 ਅਰਬ 50 ਕਰੋੜ ਬਣਦਾ। ਜੇ ਉਹਦੇ ਅੰਦਰ ਕੋਈ ਸੱਟ ਵੱਜੀ ਸੀ ਤੇ ਐਵੇਂ ਥੋੜਾ ਆਪਣੀ ਜ਼ਮੀਨ ਘਰ ਸੋਨਾ ਚਾਂਦੀ। ਇੱਥੋਂ ਤੱਕ ਜਦੋਂ ਮੋਹਰਾਂ ਰੱਖੀਆਂ ਤੇ ਨੀਤ ਮਾੜੀ ਹੋਈ, ਕਹਿੰਦੇ ਇਹ ਲੰਮੇ ਨਹੀਂ ਪਾਉਣੀਆਂ, ਖੜੀਆਂ ਕਰ। ਜਦੋਂ ਖੜੀਆਂ ਕੀਤੀਆਂ ਤੇ ਘਟ ਗਈਆਂ, ਉਦੋਂ ਫਿਰ ਸੇਠ ਟੋਡਰ ਮੱਲ ਨੇ ਆਪਣਾ ਪਰਿਵਾਰ ਵੀ ਵੇਚਿਆ। ਕਿਸੇ ਸੇਠ ਤੋਂ ਉਧਾਰੀਆਂ ਲਈਆਂ ਵੀ ਅਸੀਂ ਤੇਰਾ ਗੋਹਾ ਕੂੜਾ ਕਰਾਂਗੇ, ਅੱਜ ਸੇਵਾ ਅਧੂਰੀ ਰਹਿ ਜਾਣੀ ਤੇ ਪੂਰੀ ਕਰਦੇ ਮਿੱਤਰਾ, ਪੂਰੀ ਕਰਦੇ। ਸੰਗਤੇ ਧੰਨ ਸੀ ਉਹ ਜਾਗੇ ਹੋਏ ਜਿਹੜੇ, ਜਿਨ੍ਹਾਂ ਨੂੰ ਪਤਾ ਲੱਗ ਗਿਆ ਨਹੀਂ ਕੱਖ ਵੀ, ਉਹ ਮੁੱਠਾਂ ਖੋਲ ਦਿੰਦੇ ਐ। ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਉਹਨਾਂ ਘੁੱਟੀ ਜਾਣੀਆਂ, ਉਹਨਾਂ ਨੇ ਹੋਰ ਨਹੀਂ ਕੋਈ। ਤੇ ਕਈ ਏਦਾਂ ਦੇ ਮੈਂ ਵੇਖੇ 20-20 ਸਾਲ ਹੋ ਗਏ ਜਿਨ੍ਹਾਂ ਨੇ ਘਰ ਦੇ ਵਿੱਚ ਕਦੇ ਗੁਰੂ ਗ੍ਰੰਥ ਸਾਹਿਬ ਦਾ ਫੇਰਾ ਹੀ ਨਹੀਂ ਪਵਾਇਆ, ਤੇ ਹਸਪਤਾਲ 'ਚ ਢਿੱਲੇ ਹੋ ਜਾਈਏ ਤੇ ਜਾਂਦੇ ਆ 25-30 ਹਜ਼ਾਰ ਇੱਕ ਰਾਤ ਦਾ ਹੀ ਹੈ। ਤੇ ਕਦੇ ਗੁਰੂ ਦਾ 20-30 ਸਾਲ ਹੋ ਚੱਲੇ, ਘਰੇ ਚਰਨ ਹੀ ਨਹੀਂ ਪਏ ਗੁਰੂ ਦੇ। ਸੋਚਦੇ ਹੀ ਰਹੀਦਾ ਕਿੰਨਾ ਕੁ ਖਰਚਾ ਹੋ ਜਾਣਾ, ਕਿਵੇਂ ਹੋ ਜਾਣਾ। ਮੈਂ ਤਾਂ ਇੱਥੋਂ ਤੱਕ ਕਹਿਣਾ ਹੁੰਦਾ ਵੀ ਕਿਸੇ ਦਾ ਦਿਲ ਕਰੇ ਨਾ, ਕੋਈ ਗਰੀਬ ਹੋਵੇ ਵੀ ਮੇਰੇ ਘਰ ਮਹਾਰਾਜ ਆਉਣ, ਅਸੀਂ ਫ੍ਰੀ ਪਾਠ ਕਰਾਂਗੇ, ਫ੍ਰੀ ਕਥਾ ਕਰਾਂਗੇ। ਜੇ ਕਿਸੇ ਦੇ ਅੰਦਰ ਭਾਵਨਾ ਹੋਵੇ ਮੇਰੇ ਘਰ ਕਦੇ ਗੁਰੂ ਸਾਹਿਬ ਨਹੀਂ ਆਏ, ਮੈਂ ਗਰੀਬ ਹਾਂ, ਇੱਥੋਂ ਤੱਕ ਵੀ ਸੰਗਤ ਸਾਡੇ ਨਾਲ ਜੁੜੀ, ਲੰਗਰ ਵੀ ਕੋਲੋਂ ਲਾ ਦਾਂਗੇ। ਹੋਰ ਦੱਸੋ, ਚਾਹ ਹੋਵੇ ਸਹੀ, ਪਰ ਸੰਗਤੇ ਜਿਹਦੇ ਘਰ ਗੁਰੂ ਚੱਲ ਜੇ ਕਮੀ ਰਹਿਣ ਦਿੰਦਾ। ਪਰ ਧਿਆਨ ਨਹੀਂ ਇਸ ਪਾਸੇ ਸਾਡਾ। ਮਾੜੇ ਬੰਨੇ ਕਿੱਦਾਂ 2-4 ਪ੍ਰਾਹੁਣੇ ਆਏ ਹੁਣ ਤੇ ਬੰਦਾ 15-16 ਹਜ਼ਾਰ ਰਾਤ ਨੂੰ ਰੋਟੀ ਤੇ ਲਾ ਦਿੰਦਾ ਵੀ ਕਨੇਡਾ ਵਾਲੇ ਆ ਕਿਤੇ ਗੁੱਸੇ ਨਾ ਹੋ ਜਾਣ। ਜਿੰਨੇ ਕਦੇ ਆਪ ਨਹੀਂ ਸੇਬ ਖਾਧੇ ਉਹਨਾਂ ਵਾਸਤੇ ਵੀ ਉਹ ਕਿੰਨੂ ਲਿਆ ਕੇ ਰੱਖਦਾ। ਤੋ ਇਸ ਕਰਕੇ ਅਸੀਂ ਦੁਨੀਆ ਖੁਸ਼ ਕਰਨ ਤੇ ਲੱਗੇ ਅੱਜ, ਮਹਾਰਾਜ ਵੱਲ ਧਿਆਨ ਨਹੀਂ ਜੇ ਹੈਗਾ ਕਿਸੇ ਦਾ। ਜ਼ਰੂਰ ਧਿਆਨ ਦਿਓ, ਮੈਂ ਗੁਰੂ ਦਾ ਕੂਕਰ ਹੋਣ ਦੇ ਨਾਤੇ ਕਹਿ ਰਿਹਾ। ਤੋ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਬੇਬੇ ਅੱਜ ਤੋਂ ਪੈਸੇ ਵੀ ਤੁਹਾਡੇ, ਸੌਦਾ ਵੀ ਤੁਹਾਡਾ, ਤੇ ਮੋਦੀ ਖਾਨਾ ਵੀ।
ਮਾਰੇ ਸੱਚੇ ਪਾਤਸ਼ਾਹ ਦੇ ਮੁਖ ਚੋਂ ਵਚਨ ਸੁਣੇ ਹਨ। ਕਰਤਾਰੰ ਮਮ ਕਰਤਾਰੰ ਨਿਜ ਕਾਰਜ ਦੇਹੁ ਸੰਭਾਰੰ। ਲਓ ਜੀ, ਫਿਰ ਬੇਬੇ ਦੇ ਹੰਝੂ ਨਿਕਲ ਆਏ। ਜਦੋਂ ਬਾਬੇ ਨੇ ਕਿਹਾ ਨਾ, ਬੇਬੇ ਹੁਣ ਬਸ ਕਰ ਲਈ ਨੌਕਰੀ ਜਿੰਨੀ ਕਰਨੀ, ਹੁਣ ਜਾਨ ਨਿਕਲ ਗਈ। ਮਹਿਸੂਸ ਕਰਿਓ, ਤੁਹਾਡੇ ਬੱਚੇ ਭਾਵੇਂ ਬਾਹਰ ਕਮਾਈ ਕਰਨ ਗਏ ਤੇ ਜਿੱਦਣ ਚੜਾਉਣ ਗਏ ਸੀ, ਧਾਰ ਨਿਕਲੀ ਕਿ ਨਹੀਂ? ਏਅਰਪੋਰਟ ਤੇ ਜਦੋਂ ਬੱਚਾ ਗਾਣ ਹੁੰਦਾ ਕਿੱਟ ਲੈ ਕੇ, ਇੱਕ ਵਾਰੀ ਰੋਏ ਸੀ ਕਿ ਨਹੀਂ? ਇਮਾਨਦਾਰੀ ਨਾਲ ਦੱਸੋ, ਰੋਏ ਸੀ ਨਾ? ਜਦੋਂ ਧੀ ਦੀ ਡੋਲੀ ਉੱਠਦੀ ਹੈ ਉਦੋਂ ਰੋਂਦੇ ਕਿ ਨਹੀਂ ਮਾਂ ਪਿਓ? ਭਾਵੇਂ ਕਿੱਡਾ ਵੀ ਕਰੜਾ ਦਿਲ ਹੋਵੇ, ਇੱਕ ਵਾਰੀ ਪਿਓ ਵੀ ਰੋ ਪੈਂਦਾ, ਦਾੜੀ ਪੂੰਝ ਕੇ। ਹਜੇ ਕਈਆਂ ਦਾ ਹੁੰਦਾ, ਪਰ ਛੇਤੀ ਕੀਤਿਆਂ ਮੈਂ ਉਹ ਵੇਖਿਆ, ਸਾਡੇ ਪਿਤਾ ਜੀ ਬਹੁਤ ਸਖਤ ਸੁਭਾਅ ਦੇ, ਕਦੇ ਉਹਨਾਂ ਦਾ ਛੇਤੀ ਕਿਤੇ ਅੱਖ ਨਹੀਂ ਭਰੀ। ਹਰ ਕਿਸੇ ਨੂੰ ਦਬਕਾ ਮਾਰ ਕੇ, ਹਰ ਕਿਸੇ ਨੂੰ ਅਸੀਂ ਕਹਿਣਾ ਤੇਰੇ ਅੰਦਰ ਦਇਆ ਨਹੀਂ। ਤੇ ਜਿੱਦਣ ਭੈਣ ਦਾ ਵਿਆਹ ਕੀਤਾ ਉਦੋਂ ਰੋਣੋਂ ਚੁੱਪ ਨਾ ਕਰੇ। ਜਿਹੜਾ ਇਨਸਾਨ ਪੱਥਰ ਦੇ, ਜਿਹਨੂੰ ਕਦੇ ਰੋਂਦੇ ਨਹੀਂ ਵੇਖਿਆ ਕਿਸੇ ਦੀ ਮਰਗ ਤੇ, ਕਿਸੇ ਦੁੱਖ 'ਚ, ਜਿੱਦਣ ਧੀ ਤੋਰੀ ਉਹ ਵੀ ਅੰਦਰ ਵੜ ਰੋਵੇ। ਆਹ ਹੁੰਦਾ ਵਿਰਾਗ ਆਪਣਿਆਂ ਦਾ। ਸਿੱਖਾ ਤੂੰ ਮਾਂ ਲਈ ਰੋਣਾ, ਪੈਲੀ ਲਈ ਰੋਣਾ, ਵੀਜੇ ਲਈ ਰੋਣਾ, ਕਮਾਈ ਲਈ ਰੋਣਾ, ਕਿਤੇ ਗੁਰੂ ਅੱਗੇ ਰੋ ਕਿ ਮਹਾਰਾਜ ਮੇਰੀ ਉਮਰ 60 ਸਾਲ ਹੋ ਗਈ, 70 'ਚ ਮੇਰੀ ਸਮਾਪਤੀ ਹੋਣੀ, ਮੈਨੂੰ ਕਿਤੇ ਦਰਸ਼ਨ ਹੀ ਦੇ ਦੇ। ਕਿਤੇ ਰੋਇਆ ਕਰੋ ਆਪਣੇ ਵਾਸਤੇ ਵੀ। ਬਸ ਗੱਡੀਆਂ ਕੋਟੀਆਂ ਨੂੰ ਨਾ ਰੋਈ ਚੱਲ ਗਏ ਆਪਾਂ ਸਾਰੇ, ਥੋੜਾ ਜਿਹਾ ਰੋਲ ਗਏ ਕਿ ਮਹਾਰਾਜ ਮੇਰੀ ਝੋਲੀ 'ਚ ਨਾਮ ਹੀ ਪਾ ਦਿਓ ਥੋੜਾ ਜਿਹਾ। ਬਥੇਰੇ ਸਾਲ ਹੋ ਗਏ, ਹੁਣ ਤੇ ਅਗਲਾ ਬੰਨਾ ਦਿਸਣ ਲੱਗ ਪਿਆ, ਸਿਰ ਵੀ ਚਿੱਟਾ ਹੋ ਗਿਆ ਤੇ ਦਾੜਾ ਵੀ। ਹੁਣ ਤੇ ਪਤਾ ਹੀ ਹੈ ਵੀ ਵਾਰੀ ਆਈ ਲੈ। ਤੋ ਇਸ ਕਰਕੇ ਬੇਬੇ ਦਾ ਵਿਰਾਗ ਛੁੱਟ ਗਿਆ। ਭੈਣੋ, ਭਰਾ ਸੀ, ਕਹਿਣ ਲੱਗੀ ਆਪਾਂ ਕਿੱਥੇ ਜਾਣਾ? ਤੇ ਮਹਾਰਾਜ ਕਹਿੰਦੇ ਮੈਨੂੰ ਕਰਤਾਰ ਆਪੇ ਜਿੱਥੇ ਲਿਜਾਊ ਚੱਲ ਜਾਊਗਾ। ਹੁਣ ਆਹ ਗੱਲ ਤੇ ਬੜੀ ਡੂੰਘੀ ਹੈ ਨਾ, ਵੀ ਪਰ ਭੈਣ ਬੇਬੇ ਕਿੰਨਾ ਕਰਦੀ। ਹੁਣ ਮੇਰੇ ਤੋਂ ਨਹੀਂ, ਮੈਨੂੰ ਸੰਭਾਲਣਾ ਔਖਾ ਹੁੰਦਿਆ ਆਪਣੇ ਆਪ ਨੂੰ, ਕਿਉਂਕਿ ਉਹ ਪਿਆਰ ਹੈ ਨਾ। ਤੇ ਪਰ ਮੈਂ ਹੁਣ ਬੋਲਣਾ ਕੀ ਕਰਾਂ। ਤੋ ਇਸ ਕਰਕੇ ਸਾਧ ਸੰਗਤ ਜੀ, ਬੇਬੇ ਨਾਨਕੀ ਦੇ ਅੰਦਰੋਂ ਕਥਾ ਕੋਈ ਕਰੇ ਸੁਣੇ ਫੇਰ ਇਹ ਚੀਜ਼ ਹੋਣੀ ਆ, ਕਿਉਂਕਿ ਆਪਣੇ ਚੇਤੇ ਆ ਜਾਂਦੇ ਨਾ ਫਿਰ। ਤੋ ਮਹਾਰਾਜ ਬੇਬੇ ਦੇ ਹੱਥੋਂ ਪਾਣੀ ਵੀ ਛੁੱਟ ਗਿਆ, ਦੁੱਧ ਚੁੱਲ੍ਹੇ ਤੇ ਉਬਲੀ ਜਾਂਦਿਆ ਚੇਤਾ ਹੀ ਭੁੱਲ ਗਿਆ। ਜਦੋਂ ਬਾਬੇ ਨੇ ਕਹਿਤਾ ਵੀ ਆਪਣਾ ਸਮਾਨ ਸਾਂਭ ਲਓ, ਅਸਾਂ ਨੇ ਵਿਦਾ ਹੋ ਜਾਣਾ। ਕਹਿਣ ਲੱਗੇ ਕਿੱਥੇ ਜਾਓਗੇ? ਮਹਾਰਾਜ ਕਹਿੰਦੇ ਜਿੱਥੇ ਕਰਤਾਰ ਲੈ ਜਾਸੀ, ਅਸਾਂ ਉਧਰ ਹੀ ਤੁਰੇ ਜਾਸੀ। ਅਸਾਂ ਤੁਸਾਂ ਦੀ ਹੁਣ ਕਾਏ ਨਿਭਣੀ ਨਹੀਂ, ਤੁਸਾਂ ਹਿਸਾਬ ਕਰ ਛੱਡਿਆ ਹੈ, ਅਸੀਂ ਪਿਆਰ ਕਰ ਛੱਡਿਆ ਹੈ। ਵਾਹ ਓਏ ਮੇਰੇ ਰੱਬਾ। ਤੋ ਸੰਗਤ ਜੀ ਹੁਣ ਮਹਿਸੂਸ ਕਰਿਓ ਆਪਣਿਆਂ ਨੂੰ ਚੇਤੇ ਕਰਕੇ, ਕਿਉਂਕਿ ਜਿਨ੍ਹਾਂ ਦਾ ਤੇ ਗੁਰੂ ਨਾਲ ਪਿਆਰ, ਉਹਨਾਂ ਦੇ ਤੇ ਹਿਰਦੇ ਉਬਲ ਗਏ, ਹੁਣ ਆ ਗਏ ਨੇਤਰਾਂ 'ਚ, ਉਹਨਾਂ ਦਾ ਤਾਂ ਜਲ ਨਿਕਲ ਗਿਆ। ਤੇ ਜਿਨ੍ਹਾਂ ਦਾ ਅਜੇ ਤੱਕ ਵੀ ਨਹੀਂ, ਹੁਣ ਆਪਣੇ ਬੱਚਿਆਂ ਬੁੱਚਿਆਂ ਨੂੰ ਚੇਤੇ ਕਰੋ, ਕਿਉਂਕਿ ਉਹਨਾਂ ਨਾਲ ਪਿਆਰ ਜ਼ਿਆਦਾ। ਜਿਹਦੇ ਨਾਲ ਪਿਆਰ ਆ ਨਾ, ਉਹਨੇ ਉੱਥੇ ਡੁੱਲਣਾ ਹੀ ਹੈ। ਤੋ ਇਸ ਕਰਕੇ ਸਾਧ ਸੰਗਤ ਜੀ, ਹੁਣ ਬੇਬੇ ਜੀ ਠੱਲੇ ਨਹੀਂ ਜਾਂਦੇ। ਤੇ ਭਾਈ ਬਾਲਾ ਜੀ ਕਹਿੰਦੇ ਵੀ ਮੇਰੇ ਅੰਦਰ ਵੀ ਵਿਰਾਗ ਆ ਗਿਆ ਵੀ ਬਾਬਾ ਬੇਬੇ ਤਾਂ ਇੰਨਾ ਪਿਆਰ ਕਰਦੀ, ਹੁਣ ਜਿਹਨੂੰ ਆਪਾਂ ਪਿਆਰ ਕਰੀਏ ਉਹਨੂੰ ਰੋਂਦਾ ਨਹੀਂ ਵੇਖ ਸਕਦੇ। ਇਹ ਪੱਕੀ ਗੱਲ ਹੈ। ਭਾਵੇਂ ਰੱਬ ਅੱਧੀ ਰੋਟੀ ਦੇਵੇ ਹਾਂ ਘਰੇ, ਪਰ ਸਾਰਿਆਂ ਨੂੰ ਖੁਸ਼ੀ ਦੇਵੇ। ਹਾਂਜੀ। ਚਲਦੇ ਕੀ ਕੀਨੀ ਤਿਆਰੀ, ਸ਼੍ਰੀ ਨਾਨਕ ਪਰ ਉਪਕਾਰੀ। ਦੇਖੋ ਜੀ, ਗੁਰੂ ਸਾਹਿਬ ਦਾ ਸੁਭਾਅ, ਗੁਰੂ ਦੇਣ ਤੇ ਆਵੇ ਤੇ ਛੱਪਰ ਪਾੜ ਦੇ। ਜਦੋਂ ਕਿਤੇ ਕਰੋਪ ਹੋ ਜਾਂਦਾ ਤੇ ਫਿਰ ਨਿੱਕੀ ਜੀ ਗੱਲ ਤੋਂ ਹੀ ਕਹਿੰਦੇ ਮਹਾਰਾਜ ਸਾਹਿਬ ਕਹਿੰਦੇ ਬਾਲਿਆ ਅਸਾਂ ਨੇ ਹੁਣੇ ਹੀ ਇਸ ਘਰੋਂ ਤੁਰਨਾ। ਕਮਾਲ ਹੈ। ਬੇਬੇ ਕਹਿੰਦੀ ਚੱਲ ਜੀ, ਨਾ ਕਰੀ ਨੌਕਰੀ, ਅੱਧੀ ਰਾਤ ਤਾਂ ਨਾ ਜਾ ਕਿਤੇ, ਹੁਣ ਤਾਂ ਸ਼ਾਮਾਂ ਪੈਣ ਵਾਲੀਆਂ ਏ। ਕਹਿੰਦੇ ਨਹੀਂ ਬੇਬੇ, ਆਪੇ ਕਰਤਾਰ ਜਿੱਥੇ ਲਿਜਾਣਾ ਲੈ ਜਾਊਗਾ। ਤੋ ਉਸ ਵੇਲੇ ਕੀ ਹੋਇਆ? ਕਹਿੰਦੇ ਚਲਬੇ ਕੀ ਕੀਨੀ ਤਿਆਰੀ, ਸ਼੍ਰੀ ਨਾਨਕ ਪਰ ਉਪਕਾਰੀ। ਕਹਿੰਦੇ ਮਹਾਰਾਜ ਨੇ ਫਿਰ ਜਦੋਂ ਚੱਲਣ ਦੀ ਤਿਆਰੀ ਕੀਤੀ, ਰਾਮ ਪਿਓ ਤੇ ਕਾਲਾ, ਕੈ ਪਗ ਕੈ ਬਿਨੈ ਬਿਸਾਲਾ। ਕਹਿੰਦੇ ਭਾਈ ਆ ਜੈ ਰਾਮ ਜੀ ਉੱਠ ਕੇ ਮੰਜੇ ਤੋਂ ਗੁਰੂ ਨਾਨਕ ਦੇ ਕਦਮਾਂ 'ਚ ਡਿੱਗ ਪਏ। ਵੇਖੋ, ਇੱਕ ਪਾਸੇ ਜਵਾਈ ਹੋਵੇ, ਅੱਜ ਕੱਲ੍ਹ ਦਾ ਜਵਾਈ ਤੇ ਭਾਵੇਂ ਕਿੱਲਾ ਹੋਵੇ ਤਾਂ ਵੀ ਆਕੜ ਵਿਖਾਉਂਦਾ। ਐਵੇਂ ਜਾ ਕੇ ਸਹੁਰਿਆਂ ਦੇ ਮੁੱਛ ਜੀ ਮਰੋੜੀ ਜਾਣਗੇ ਕਈ ਵੀ ਤੁਹਾਡੇ ਘਰ ਧੀਆਂ ਭੈਣਾਂ ਨਹੀਂ ਹੈਗੀਆਂ। ਕਈ ਮੂਰਖ ਹੀ ਹੁੰਦੇ ਸੱਚੀ। ਕਦੇ ਵੀ ਆਪਣੇ ਆਪ ਨੂੰ ਦਿਖਾਉਣਾ ਨਹੀਂ ਚਾਹੀਦਾ ਵੀ ਜੇ ਤੂੰ ਕਿਸੇ ਦਾ ਤੇ ਆਪਣੇ ਵੀ ਕੋਈ ਹੈਗੇ ਆ।
ਜੇ ਸਾਡੇ ਵਾਲੇ ਕਿਸੇ ਦੀ ਵਿਆਹੀ ਆਈ ਹੈ ਤੇ ਸਾਡੀਆਂ ਵੀ ਕਿਤੇ ਗਈਆਂ। ਆਖੋ ਸਤਨਾਮ। ਹੰਕਾਰ ਨਹੀਂ ਕਰਨਾ ਚਾਹੀਦਾ। ਮਹਾਂਪੁਰਖ ਤਾਈਓ ਕਹਿੰਦੇ ਸੀ, ਕਹਿੰਦੇ ਮੁੱਛ ਨਹੀਂ ਮਰੋੜਨੀ ਚਾਹੀਦੀ, ਹੰਕਾਰ ਦੀ ਨਿਸ਼ਾਨੀ ਹੈ। ਤੇ ਕਈਆਂ ਨੂੰ ਹੁੰਦਾ ਐਵੇਂ ਹੱਥ ਜਾ ਫੇਰੀ ਜਾਣਾ ਵਿਖਾ ਕੇ ਮੈਂ ਪ੍ਰਾਹੁਣਾ ਹੁੰਨਾ ਹੈ, ਤੇ ਜਿਹੜੇ ਤੁਹਾਡੇ ਉਹ। ਇਸ ਕਰਕੇ ਮਹਾਰਾਜ ਨੇ ਸਾਰਿਆਂ ਨੂੰ ਇੱਕੋ ਜਿਹੇ ਰੱਖਿਆ। ਜੇ ਆਪਣੇ ਘਰ ਕਿਸੇ ਦੀਆਂ ਆਈਆਂ ਤੇ ਆਪਣੀਆਂ ਵੀ ਕਿਸੇ ਦੇ ਗਈਆਂ ਵਾ। ਇਹ ਨਿਮਰਤਾ ਵਾ। ਤਾਈਓ ਕਹਿੰਦੇ ਵੀ ਰੱਬ ਧੀ ਸਭ ਨੂੰ ਦੇਵੇ। ਥੋੜੀ ਜਿਹੀ ਅਕਲ ਟਿਕਾਣੇ ਰਹਿੰਦੀ, ਕਈਆਂ ਦੀ ਖਰਾਬ ਹੋ ਜਾਂਦੀ ਨਾ ਫਿਰ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਦਮਾਂ 'ਚ ਇੱਕ ਜਜਮਾਨ, ਇੱਕ ਜੀਜਾ ਹੋਵੇ ਤੇ ਸਾਲੇ ਦੇ ਪਿਆਰ 'ਚ ਵਿੱਚ ਥੱਲੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕਦਮ ਚੁੰਮ ਕੇ ਕਹਿੰਦਾ, ਨਾਨਕ ਜੀ ਨਾ ਜਾਓ, ਨਾ ਜਾਓ ਨਾਨਕ ਜੀ, ਅਸਾਂ ਦਾ ਘਰ ਤੁਸਾਂ ਦੇ ਚਰਨਾਂ ਕਰਕੇ ਵਸਦਾ ਹੈ। ਘਰ ਬਗਨੀ ਰੁੱਧ ਨ ਅਲਾਵੇ, ਓ ਭਰਾਤਾ ਕਿਉ ਬਨ ਆਵੇ। ਕਹਿੰਦੇ ਉਧਰ ਕਦਮਾਂ 'ਚ ਭਾਈਆ ਜੈ ਰਾਮ ਜੀ ਰੋ ਰਹੇ, ਤੇ ਇੱਧਰ ਭੈਣ ਕੋਲੇ ਖਲੋਤੀ ਜਾਰੋ ਜਾ ਰੋ ਰਹੀ ਹੈ। ਏਦਾਂ ਪਿਆਰ ਕੀਤਾ ਕਦੇ ਤੁਸੀਂ ਗੁਰੂ ਨੂੰ? ਅਸੀਂ ਆਪਣੇ ਵਾਲੀ ਰੋਨੇ ਆ। ਕਦੇ ਰੋਏ ਤੁਸੀਂ ਵੀ ਅੱਜ ਮੇਰਾ ਨਿਤਨੇਮ ਟੁੱਟ ਗਿਆ? ਮੈਂ ਵੇਖੇ ਜੇ ਰੋਂਦੇ ਕਈ। ਇੱਥੇ ਇੱਕ ਦਿਨ ਇੱਕ ਭੈਣ ਆਈ ਤੇ ਅਰਦਾਸ ਕਰਾਈ, ਰੋਵੇ। ਮੈਂ ਡਰ ਗਿਆ, ਮੈਂ ਕਿਹਾ ਸ਼ਾਇਦ ਕੋਈ ਢਿੱਲਾ ਮੱਠਾ ਹੋਊ ਜਾਂ ਇਹਨਾਂ ਦੇ ਘਰ ਕੋਈ ਗੱਲ ਬਣ ਗਈ। ਮੈਂ ਕਿਹਾ ਭੈਣੇ ਕੀ ਹੋਇਆ? ਕਹਿੰਦੇ ਬਾਬਾ ਜੀ 20 ਸਾਲ ਹੋ ਗਏ ਸੀ ਲਗਾਤਾਰ ਲੜੀਵਾਰ, ਅੱਜ ਮੇਰਾ ਨਿਤਨੇਮ ਟੁੱਟ ਗਿਆ। ਮੈਂ ਕਿਹਾ ਵਾਹ ਓਏ ਰੱਬਾ, ਏਦਾਂ ਦੇ ਵੀ ਹੈਗੇ ਧਰਤੀ ਤੇ ਜਿਹੜੇ ਤੇਰੇ ਪਿਆਰ 'ਚ ਰੋਂਦੇ ਆ। ਮੈਂ ਸਭ ਦਾ ਹੋ ਕੇ ਦੇਖ ਲਿਆ, ਇੱਕ ਤੇਰਾ ਹੋਣਾ ਬਾਕੀ ਏ। ਦੁਨੀਆ ਦੇ ਰੋਣੇ ਰੋ ਲਏ ਮੈਂ, ਹੁਣ ਆਪਣਾ ਰੋਣਾ ਰੋਣਾ ਬਾਕੀ ਏ। ਮੇਰੀ ਉਮਰ ਬੀਤ ਗਈ ਰੋਂਦੇ ਦੀ, ਮੇਰੀ ਉਮਰ ਬੀਤ ਗਈ ਰੋਂਦੇ ਦੀ, ਹੁਣ ਆਪਣਾ ਰੋਣਾ ਬਾਕੀ ਏ। ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਤੇਰਾ ਹੋਣਾ ਬਾਕੀ ਏ। ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਤੇਰਾ ਹੋਣਾ ਬਾਕੀ ਏ। ਸੰਗਤੀ ਸੱਚ ਹੈ, ਬੰਦਾ ਸਾਰਿਆਂ ਦਾ ਕਰਦਾ ਜੀ, ਤੇ ਜਿੱਦਣ ਮੰਜੀ ਤੇ ਪੈਂਦਾ ਉਹਦਾ ਕੋਈ ਨਹੀਂ ਕਰਦਾ। ਉਦਣ ਸੱਟ ਵੱਜਦੀ। ਉਹ ਜਿੰਨਾਂ ਲਈ ਮੈਂ ਇੰਗਲੈਂਡ ਦੇ ਵਿੱਚ 35 ਸਾਲ ਇੱਕ ਘਰ 'ਚ ਅਸੀਂ ਗਏ, 150 ਕਿੱਲਾ ਜ਼ਮੀਨ, 35 ਸਾਲ ਅਮਰੀਕਾ ਲਾਏ ਸਰਦਾਰ ਨੇ, ਅੱਜ ਮੰਜੀ ਤੇ ਹੈ। ਨੱਕ ਦੇ ਵਿੱਚ ਪੈਪ ਲੱਗਾ ਤੇ ਪਰਿਵਾਰ ਤਰਲੇ ਲੈਂਦੇ ਆ, ਬਾਬਾ ਜੀ ਅਰਦਾਸ ਕਰੋ ਇਹਦੀ ਮੌਤ ਹੋ ਜੇ। ਅੱਜ ਉਹ ਬੰਦਾ ਕਹਿੰਦਾ ਹੋਊਗਾ ਮਹਾਰਾਜ ਮੈਂ ਸਾਰਿਆਂ ਦਾ ਹੋਇਆ ਤੇ ਅੱਜ ਮੇਰਾ ਕੋਈ ਨਹੀਂ। ਤੇ ਮਹਾਰਾਜ ਕਹਿੰਦੇ ਹੋਣਗੇ ਵੀ ਤੂੰ ਵੀ ਜਦੋਂ ਮੇਰੇ ਕੋਲ ਪਹਿਲੀ ਗੱਲ ਤੇ ਆਉਂਦਾ ਹੀ ਨਹੀਂ ਸੀ, ਜਦੋਂ ਕਿਤੇ ਆਉਂਦਾ ਸੀ ਕਿਤੇ 5 ਮਿੰਟ ਵੀ ਬੈਠਾ ਮੇਰੇ ਕੋਲ। ਆਪਾਂ ਸਾਰਿਆਂ ਕੋਲ ਬਈਦਾ, ਆਖੀਦਾ ਮੈਂ ਸਾਰਿਆਂ ਨੂੰ ਮਿਲਣਾ, ਕੋਈ ਗੁੱਸੇ ਨਾ। ਗੁਰੂ ਮਹਾਰਾਜ ਕਹਿੰਦੇ ਮੈਨੂੰ ਅੰਦਰ ਲਿਆ ਕੇ ਪਾਠ ਰਖਾਤਾ, ਪਾਠੀ ਇਕੱਲਾ ਬੈਠਾ ਤੇ ਮੇਰੇ ਕੋਲ ਵੀ ਬਹਿ ਜਾ ਕਰੋ। ਕਿ ਮੈਨੂੰ ਕੰਮ ਲਈ ਰੱਖਿਆ ਬਾਬਾ ਜੀ, ਪੱਕੇ ਕਰਦੇ ਖੰਡ ਪਾਠ, ਬਾਬਾ ਜੀ ਮੁੰਡਾ ਦੇ ਖੰਡ ਪਾਠ। ਮਹਾਰਾਜ ਕਹਿੰਦੇ ਮੇਰੇ ਕੋ ਵੀ ਬਹੁ, ਮੇਰਾ ਵੀ ਜੀ ਕਰਦਾ ਮੇਰੇ ਸਿੱਖ ਮੇਰੇ ਨਾਲ ਗੱਲਾਂ ਕਰਨ, ਪਰ ਔਖਾ ਹੋ ਗਿਆ ਹੁਣ। ਤਾਂ ਥੋੜਾ ਜਿਹਾ ਯਤਨ ਕਰੀਦਾ ਵੀ ਚਲੋ ਜੇ ਕੋਈ 70-80 ਜਾਣੇ ਤੁਸੀਂ ਬੈਠੇ ਆ, ਵਿੱਚੋਂ 2-4 ਤੇ ਮੰਨਣਗੇ ਹੀ। ਕਿਤੇ ਘਰੇ ਖੰਡ ਪਾਠ ਉਹ ਚੇਤਾ ਆ ਜਾਊ ਵੀ ਭਾਈ ਸਾਹਿਬ ਨੇ ਕਿਹਾ ਸੀ ਮਨਾ 2 ਮਿੰਟ ਚੌਰ ਹੀ ਕਰ ਲਈਏ, ਪੈਂਦਾ ਵਾ ਸਰ, ਪੈਂਦਾ ਜੀ। ਤੋ ਇਸ ਕਰਕੇ ਮਿੰਟ ਆਪਣੇ ਕੋਲ ਰਹਿ ਗਏ 4, ਤੇ 4 ਮਿੰਟਾਂ ਦੇ ਵਿੱਚ ਭਾਈ ਮਰਦਾਨਾ ਜੀ ਦੇ ਅੰਤਮ ਸਮਾਂ, ਅੱਜ ਉਹਨਾਂ ਦਾ ਕਾਲ ਚਲਾਣਾ ਹੈ, ਉਹਨਾਂ ਦੇ ਦਰਸ਼ਨ ਤੁਹਾਨੂੰ ਮੈਂ ਕਰਾ ਦਿਆਂ। ਗੁਰੂ ਸਾਹਿਬ ਕਿਰਪਾ ਕਰਨਾ। ਤੋ ਇਸ ਵੇਲੇ ਬੇਬੇ ਜੀ ਵਿਰਾਗ ਵਿੱਚ, ਭਾਈ ਜੈ ਰਾਮ ਜੀ ਵਿਰਾਗ ਵਿੱਚ ਭਿੱਜ ਗਏ। ਮੁਝ ਮਾਰੋ ਕਉ ਕਿਤ ਜਾਵੋ, ਜੋ ਰਹਿਓ ਮੋਹਿ ਜਿਆਵੋ। ਵਾਹ ਵੇ ਰੱਬਾ, ਭੈਣਾਂ ਲੱਭਦੀਆਂ ਕਿਤੇ। ਕੀ ਆਖਿਆ ਬੇਬੇ ਨੇ? ਕਹਿੰਦੀ ਪਹਿਲਾਂ ਮੈਨੂੰ ਮਾਰ ਦੇ, ਜੇ ਤੂੰ ਨਹੀਂ ਨਾ ਆਖੇ ਲੱਗਣਾ ਮੈਂ ਨਹੀਂ ਤੇਰੇ ਬਿਨਾਂ ਰਹਿ ਸਕਦੀ, ਪਹਿਲਾਂ ਮੇਰਾ ਗਲ ਘੁੱਟ ਦੇ, ਫੇਰ ਜਿੱਥੇ ਮਰਜੀ ਚਲਾ ਜਾ।
ਇਤਿਹਾਸ ਦਾ ਬਚਨ ਹੈ। ਆਮ ਘਰਾਂ 'ਚ ਜਿਹੜਾ ਪਿਆਰ ਕਰਦਾ ਉਹ ਵੀ ਇਦਾਂ ਹੀ ਕਹਿੰਦਾ। ਬੇਬੇ ਕਹਿੰਦੀ ਜੇ ਤੂੰ ਜਾਣਾ ਹੀ ਹੈ ਨਾ, ਸ਼ਾਮਾਂ ਪੈਣ ਵਾਲੀਆਂ, ਤੇ ਫਿਰ ਮੈਨੂੰ ਕਿਸੇ ਬੰਨੇ ਲਾ ਜਾ, ਕਿਉਂਕਿ ਤੇਰੇ ਮਗਰੋਂ ਮੈਂ ਤੜਫ ਤੜਫ ਕੇ ਮਰਨਾ ਹੀ ਹੈ। ਸਾਧ ਸੰਗਤ ਜੀ, ਆਖਰੀ ਸਤੀ ਹੈ ਸਿੱਖ ਰਾਜ ਦੀ ਰਾਣੀ ਦੇਸਾਂ। ਹੁਣ ਟਾਈਮ ਨਹੀਂ ਆਪਣੇ ਕੋਲੇ। 4 ਥੰਮ ਹੋਏ ਸਿੱਖ ਰਾਜ ਦੇ, ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ ਤੇ ਹਰੀ ਸਿੰਘ ਨਲੂਆ, ਤੇ ਉਹ ਹਰੀਕੇ ਪੱਤਣ ਲਾਗੇ ਸਭਰਾਵਾਂ ਦਾ ਬਾਬਾ ਸ਼ਾਮ ਸਿੰਘ ਅਟਾਰੀ। ਤੇ ਜਿੱਧਰੋਂ ਚੱਲਿਆ ਸੀ ਨਾ ਗੋਰਿਆਂ ਨਾਲ ਸਭਰਾਵਾਂ ਦੀ ਲੜਾਈ ਫਤਿਹਗੜ੍ਹ, ਤੇ ਉਹ ਦਿਨ ਕਹਿੰਦਾ ਸੀ ਦੇਸਾਂ, ਜੇ ਆ ਗਿਆ ਤੇ ਠੀਕ ਹੈ, ਜੇ ਨਾ ਆਇਆ ਤੇ ਸਬਰ ਕਰ ਲਈ। 7 ਫੁੱਟ ਜਵਾਨ ਸੀ ਰਾਣੀ ਦੇਸਾਂ। ਆ ਬੂਆ ਮੇਰੇ ਖਿਆਲ ਛੋਟਾ ਲਾਓ ਸਾਹਿਬ, ਤੇ 7.25 ਫੁੱਟ ਦੇ ਕਰੀਬ ਸਰਦਾਰ ਹੋਵੇਗਾ, ਏਡੇ ਏਡੇ ਜਵਾਨ ਸੀ। ਤੇ ਕਈਆਂ ਨੇ 6.5 ਫੁੱਟ ਲਿਖਿਆ ਹੈ ਰਾਣੀ ਦੇਸਾਂ, ਤੇ 7 ਲਿਖਿਆ ਸ਼ਾਮ ਸਿੰਘ ਨੂੰ। ਤੋ ਵੱਖੋ ਵੱਖਰੀ ਇਤਿਹਾਸ ਦੀ ਰਾਏ। ਕਹਿੰਦੇ ਸਰਦਾਰ ਤੁਰਨ ਲੱਗਾ, ਰਕਾਬਾਂ 'ਚ ਪੈਰ ਪਾਏ, ਤੇ ਰਾਣੀ ਦੇਸਾਂ ਕਹਿੰਦੀ, ਸਰਦਾਰਾ ਮੈਨੂੰ ਲੱਗਦਾ ਨਹੀਂ ਤੂੰ ਵਾਪਸ ਆਵੇਂਗਾ, ਕਿਉਂਕਿ ਤਜਰਬਾ ਹੋ ਜਾਂਦਾ, ਤੂੰ ਅੱਗੇ ਕਈ ਵਾਰੀ ਗਿਆ ਏ, ਮੈਂ ਹੱਥੀਂ ਮੂੰਹ ਮਿੱਠਾ ਕਰਾ ਕੇ ਦਹੀਂ ਛਕਾ ਕੇ ਤੋਰਦੀ, ਪਰ ਅੱਜ ਮੈਨੂੰ ਦਿਸ ਰਿਹਾ ਕਿ 3 ਥੰਮ ਡਿੱਗ ਚੁੱਕੇ ਸਿੱਖ ਰਾਜ ਦੇ, ਤੇ ਕੋਈ ਵੀ ਬਾਣੀ, ਇੱਕ ਬਜ਼ੁਰਗ ਹੋ ਗਏ ਤੁਸੀਂ, ਉਧਰ ਗੋਰਿਆਂ ਦੀ ਫੌਜ ਜ਼ਿਆਦੀ ਹੈ, ਤੀਜਾ ਮੈਨੂੰ ਡਰ ਹੈ ਵੀ ਤੇਰੇ ਨਾਲ ਗਦਾਰ ਵੀ ਹੈ। ਉਹੋ ਹੀ ਕੰਮ ਹੋਇਆ ਸੀ ਜਦੋਂ ਗੋਰਾ ਭੱਜਣ ਲੱਗਾ ਤੇ ਤੋਪਾਂ ਬੰਦ ਹੋ ਗਈਆਂ। ਸਰਦਾਰ ਨੇ ਆਖਿਆ ਲਾਹੀ ਬਖਸ਼ ਤੋਪਾਂ ਚਲਾਓ। ਕਹਿੰਦੇ ਮਹਾਰਾਜ ਚੱਲੀਏ ਕਾਹਦੇ ਨਾਲ, ਜਿਹੜੀ ਪੇਟੀ ਖੋਲਦੇ ਵਿੱਚੋਂ ਸਵਾਹ ਰੇਤਾ ਨਿਕਲਦੀ। ਜਦੋਂ ਪਿੱਛਾ ਭੌਂ ਕੇ ਵੇਖਿਆ ਤੇ ਡੋਗਰਿਆਂ ਨੇ ਪੁਲ ਤੋੜਤੇ, ਬੇੜੀਆਂ ਦੇ ਨਿਕਲ ਗਏ ਪਿਛਾਂ। ਸਰਦਾਰ ਨੇ ਫਿਰ ਸ੍ਰੀ ਸਾਹਿਬ ਖਿੱਚੀ ਮਿਆਨ ਚੋਂ, ਕਹਿੰਦੇ ਆ ਜਾਓ ਮਿੱਤਰੋ, ਹੁਣ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਇਹੋ ਹੀ ਹੈ। 4000 ਅੰਗਰੇਜ਼ ਵੜਤਾ। ਘਨਮਗਮ ਅੰਗਰੇਜ਼ ਲਿਖਦਾ, ਕਹਿੰਦਾ ਇੱਕ ਪਾਸੇ ਗੋਲੀਆਂ ਗਨ ਮਸ਼ੀਨਾਂ ਚੱਲਦੀਆਂ ਸੀ, ਪਰ ਬਾਪੂ ਸ਼ਾਮ ਸਿੰਘ ਨੇ ਕੱਲੀ ਤਲਵਾਰ ਦੇ ਨਾਲ ਗੋਲੀਆਂ ਤੋਪਾਂ ਦੇ ਵਿੱਚੋਂ ਲੰਘ ਕੇ 4000 ਅੰਗਰੇਜ਼ ਵੜਤਾ। ਕਹਿੰਦੇ ਜੇ ਕਿਤੇ ਸਰਦਾਰਾ ਸਾਡੇ ਲਈ ਲੜਿਆ ਹੁੰਦਾ, ਤੇਰੇ ਇੰਗਲੈਂਡ ਅਮਰੀਕਾ 'ਚ ਬੁੱਤ ਲਾਉਂਦੇ। ਆ ਤੇਰੀ ਕੌਮ ਜਿਹੜੀ ਗਦਾਰਾਂ ਦੀ ਹੈ, ਸਿੱਖ ਕੌਮ ਕੋ ਯੋਧੇ ਬੜੇ ਹੋਏ ਪਰ ਗਦਾਰ ਵੀ ਬੜੇ ਹੈ। ਇਸ ਕਰਕੇ ਸਾਧ ਸੰਗਤ ਜੀ, ਇਹ ਸਾਰਾ ਕੁਝ ਗੁਰਬਾਣੀ ਕੀਰਤਨ ਚੋਂ। ਕੁਰਮਨ ਦਰਿਆ, ਅਫਗਾਨਿਸਤਾਨ ਦੀ ਧਰਤੀ, ਜਿੱਥੋਂ ਜਿੱਥੋਂ ਤੱਕ ਬਾਬਾ ਗੁਜ਼ਰਦਾ ਰਿਹਾ, ਅੱਜ ਦਾ ਦਿਨ ਆਇਆ। ਇੱਥੋਂ ਤੱਕ ਜ਼ਿਕਰ ਇੱਕ ਵਿਦਵਾਨ ਨੇ ਕੀਤਾ, ਕਹਿੰਦੇ ਵੀ ਕੋਈ ਖਰਬੂਜਾ ਲਿਆਇਆ ਮਹਾਰਾਜ ਵਾਸਤੇ, ਤੋ ਇਸ ਕਰਕੇ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਛਕ ਲਾ। ਤੇ ਮਰਦਾਨੇ ਨੇ ਫਿਰ ਉਹ ਖਰਬੂਜਾ ਛਕ ਰਿਹਾ ਹੈ। ਤੇ ਗੁਰੂ ਨਾਨਕ ਸਾਹਿਬ ਵੇਖ ਕੇ ਹੱਸ ਰਹੇ ਤੇ ਕਹਿੰਦਾ ਮਹਾਰਾਜ ਜੇ ਦਿਲ ਕਰਦਾ ਤੇ ਛਕ ਲੋ, ਮੇਰੇ ਵੱਲ ਜੋ ਵੇਖਦੇ ਹੋ ਸੋਚਦੇ ਹੋ ਸੀ ਵੀ ਸਾਰਾ ਹੀ ਮੁਕਾ ਦੇ ਸੀ। ਤੇ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨਾ ਕੋਈ ਕਿਸੇ ਦਾ ਕਾਏ ਖਾਏ ਨਹੀਂ, ਸਭ ਆਪਣੇ ਆਪਣੇ ਹਿੱਸੇ ਦਾ ਮੁਕਾਏ ਜਾਸੀ। ਕਹਿੰਦੇ ਤੇਰੇ ਹਿੱਸੇ ਦਾ ਮੁੱਕ ਗਿਆ ਹੀ। ਮਰਦਾਨੇ ਨੂੰ ਸਮਝ ਕਾਏ ਨਹੀਂ, ਛੱਕ ਕੇ ਸਾਰਾ ਕੁਝ ਮੂੰਹ ਪੂੰਝ ਕੇ ਕਹਿੰਦਾ ਲੈ ਬਾਬਾ ਆਨੰਦ ਆ ਗਿਆ। ਜਦੋਂ ਏਦਾਂ ਸ਼ਬਦ ਵਰਤਿਆ ਤੇ ਉਸੇ ਵੇਲੇ ਦਰਦ ਸ਼ੁਰੂ ਹੋਇਆ, ਕਿਉਂਕਿ ਵੱਡੇ ਵੱਡੇ ਮਹਾਂਪੁਰਖ ਵੀ ਜਦੋਂ ਦੁਨੀਆ ਤੋਂ ਜਾਂਦੇ ਤੇ ਉਹਨਾਂ ਨੂੰ ਵੀ ਦੁੱਖ ਆਉਂਦਾ। ਇੱਕ ਵਾਰੀ ਕਈ ਵਾਰੀ ਆਪਾਂ ਕਹਿੰਦੇ ਜੀ ਫਲਾਣੇ ਬਾਬੇ ਹਸਪਤਾਲ ਦਾਖਲ ਹੈ, ਲੈ ਬਾਬਾ ਸੰਤਾਂ ਨੂੰ ਵੀ ਦੁੱਖ ਆਉਂਦੇ ਹੈ ਮਰਦਾਨਾ, ਕਿਉਂਕਿ ਆਪਾਂ ਵੀ ਇੱਕ ਦਿਨ ਜਾਣਾ ਨਾ, ਸਾਰਿਆਂ ਦੀ ਵਾਰੀ ਆਉਣੀ। ਕਿਸੇ ਨੂੰ ਅਟੈਕ ਹੁੰਦਾ, ਕਿਸੇ ਨੂੰ ਸ਼ੂਗਰ ਹੁੰਦੀ, ਕਿਸੇ ਦਾ BP ਵੱਧ ਜਾਂਦਾ, ਬਹਾਨਾ ਜਿਹਾ ਹੁੰਦਾ ਇੱਕ ਲਿਜਾਣ ਦਾ। ਕਹਿੰਦੇ ਮਰਦਾਨੇ ਦੇ ਵੀ ਅੰਦਰ ਦਰਦ ਉੱਠਿਆ, ਤੜਫਣ ਲੱਗਾ। ਗੁਰੂ ਨਾਨਕ ਨੇ ਆਪਣੀ ਗੋਦੀ 'ਚ ਪਾ ਲਿਆ, ਮੋਢੇ ਘੁੱਟੇ ਮੇਰੇ ਨਾਨਕ ਨੇ ਮਰਦਾਨੇ ਦੇ। ਤੇ ਮਹਾਰਾਜ ਸਾਹਿਬ ਕਹਿੰਦੇ ਮੋਢੇ ਘੁੱਟ ਰਹੇ ਤੇ ਮਰਦਾਨਾ ਅੱਖਾਂ ਬੰਦ ਕਰ ਗਿਆ। ਮਹਾਰਾਜ ਕਹਿੰਦੇ ਵੇ ਮਰਦਾਨਿਆ ਝੱਬ ਜਾਸੀ, ਅਸਾਂ ਨਾ ਕੋਈ ਬਾਤ ਕਾਹੇ ਨਾ ਹੀ ਕਰਸੀ, ਵੀ ਕੋਈ ਸਿੱਧਾ ਹੀ ਚੱਲਿਆ, ਜਾਂਦਾ ਜਾਂਦਾ ਕੋਈ ਗੱਲ ਤੇ ਕਰ ਲਾ, 2 ਮਿੰਟ ਬੋਲ ਤੇ ਸਾਂਝੇ ਕਰ। ਫਿਰ ਮਰਦਾਨੇ ਨੇ ਨੇਤਰ ਖੋਲੇ, ਕਹਿੰਦਾ ਬਾਬਾ ਤੂੰ ਕੌਣ ਹਈ। ਮਹਾਰਾਜ ਨੇ ਸਾਰੀ ਜ਼ਿੰਦਗੀ ਕੱਢਦੀ, ਕਹਿੰਦੇ ਬਾਬਾ ਤੂੰ ਕੌਣ ਹਈ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਰਾਏ ਭੋਏ ਦੀ ਤਲਵੰਡੀ, ਮਹਿਤਾ ਕਾਲੂ ਕੇ ਘਰ, ਤ੍ਰਿਵਤਾ ਕੀ ਗੋਦ ਕਾ ਸ਼ਿੰਗਾਰ ਹਈ।
मैं बेदियां का बेटा नानक हई। मर्दाना कहंदा नहीं, तू खुदा हई, तू अल्लाह हई, तू निरंकार हई। बाबे ने बुल्लां ते उंगल रखती, कहंदे ना मर्दानिया, मैं खुदाए काए नाही, मैं अल्लाह काए नाही, मैं तो खुदाए दा डूम होसी। मर्दानिया मैं खुदा नहीं है। कहंदे फिर तू रब दा डूम होसी, मैं तेरा डूम हई। तू खुदा पाया हई, मैं तैनू पाया हई। ये बोली ਜਿਹੜੀ ਨਾ ਪੁਰਾਤਨ ਜਨਮ ਸਾਖੀ ਪੜਿਓ ਕਿਤੇ, ਉਹ 'ਚ ਇਦਾਂ ਹੀ ਗੱਲਾਂ ਬਾਤਾਂ ਚੱਲਦੀਆਂ ਉਸ ਵਕਤ ਦੀਆਂ। ਤੋ ਮੈਂ ਤਾਂ ਥੋੜਾ ਜਿਹਾ ਯਤਨ ਕੀਤਾ, ਮੈਨੂੰ ਪਿਆਰੀ ਬੋਲੀ ਲੱਗੀ। ਚਲੋ ਭਾਵੇਂ ਲਾਈਵ ਮੈਨੂੰ ਸਾਰਾ ਨਹੀਂ, ਪਰ ਮੈਂ ਕੋਸ਼ਿਸ਼ ਕੀਤੀ। ਤੋ ਉਸ ਵੇਲੇ ਮਹਾਰਾਜ ਕਹਿੰਦੇ, ਮਰਦਾਨਾ ਤੁਸਾਂ ਅਸਾਂ ਦਾ ਸਮਾਂ ਮੁੱਕ ਝੱਬਿਆ, ਹੁਣ ਅਸਾਂ ਤੁਸਾਂ ਦੀ ਥੋੜੇ ਸਮੇਂ ਦੀ ਸਾਂਝ ਹਈ, ਮੰਗ ਲਾ ਕੀ ਚਾਹੀਦਾ ਈ। ਤੇ ਭਾਈ ਮਰਦਾਨਾ ਜੀ ਕਹਿੰਦੇ, ਬਾਬਾ ਜਿਹਨੂੰ ਪਹਿਲਾਂ ਹੀ ਗੋਦੀ 'ਚ ਪਾਇਆ ਉਹਨੂੰ ਹੋਰ ਚਾਹੀਦਾ ਵੀ ਕੀ ਹੈ। ਜਿਹਨੂੰ ਨਿਰੰਕਾਰ ਦੀ ਗੋਦੀ 'ਚ ਜਾਣ ਨਿਕਲਣ ਦਾ ਮੌਕਾ ਮਿਲੇ, ਮਾਰੇ ਕਹਿੰਦੇ ਫੇਰ ਵੀ ਮਰਦਾਨਾ ਕੋਈ ਮੰਗ ਲਾ, ਕੀ ਦੇਸਾਂ। ਕਹਿਣ ਲੱਗੇ, ਬਾਬਾ ਆਪਣੇ ਚਰਨਾ ਕਮਲਾਂ ਦਾ ਪਿਆਰ ਦਈ। ਸਤਿ ਸ੍ਰੀ ਅਕਾਲ। ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਦੀ ਗੋਦੀ ਦੇ ਵਿੱਚ ਅੱਜ ਦੇ ਦਿਨ ਭਾਈ ਮਰਦਾਨਾ ਜੀ ਫਿਰ ਸੌਂ ਗਏ। ਜਿੱਦਾਂ ਮਾਂ ਸਵਾ ਦਿੰਦੀ, ਫਿਰ ਹਜ਼ੂਰ ਨੇ, ਕਈਆਂ ਨੇ ਲਿਖਿਆ ਵੀ ਉਹਨਾਂ ਦਾ ਬੇਟਾ ਰਜਾਦਾ ਆਇਆ, ਪਰ ਕਈਆਂ ਨੇ ਲਿਖਿਆ ਬਾਬੇ ਨੇ ਫਿਰ ਆਪ ਹੀ ਰਵਾਬ। ਜਿੱਦਾਂ ਭਾਈ ਨਿਰਮਲ ਸਿੰਘ ਜੀ ਹਾਜ਼ਰ ਹੈ, ਤਬਲਾ ਵੀ ਵਜਾ ਲੈਂਦੇ, ਆਵਾਜ਼ਾਂ ਵੀ, ਦੋਵੇਂ ਗੁਣ ਹੈ। ਰੱਬ ਦੀ ਮਿਹਨਤ ਕੀਤੀ ਹੈ, ਰੱਬ ਤਾਂ ਮੁੱਲ ਪਾਉਂਦਾ, ਚਲੋ ਦੁਨੀਆ 'ਚ ਨਾ ਪਵੇ। ਤੋ ਇਸ ਕਰਕੇ ਬਾਬੇ ਨਾਨਕ ਨੇ ਫਿਰ ਆਪ ਰਬਾਬ ਚੁੱਕੀ। ਕਹਿੰਦੇ, ਮਰਦਾਨਿਆ ਤੂੰ 52 ਸਾਲ ਰਬਾਬ ਵਜਾਈ, ਮੈਂ ਅੱਜ ਤੈਨੂੰ ਵਿਦਾ ਕਰਦੇ ਸਮੇਂ ਵਜਾਉਣੀ ਹੈ। ਮਹਾਰਾਜ ਨੇ ਸ਼ਬਦ ਉਚਾਰਿਆ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾਉ ਹੁੱਲਾ, ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਤੇਰੇ ਨਾਏ ਰਤੇ ਸੇ ਜਿਣ ਗਏ, ਤੇਰੇ ਨਾਏ ਰਤੇ ਸੇ ਜਿਣ ਗਏ, ਤੇਰੇ ਨਾਏ ਰਤੇ ਸੇ ਜਿਣ ਗਏ, ਤੇਰੇ ਨਾਏ ਰਤੇ ਸੇ ਜਿਣ ਗਏ। ਦਰਗਹਿ ਚੱਲਿਆ, ਦਰਗਹਿ ਚੱਲਿਆ, ਦਰਗਹਿ ਚੱਲਿਆ, ਦਰਗਹਿ ਚੱਲਿਆ। ਗੁਰਮੁਖ ਜਨਮ ਸਵਾਰ, ਗੁਰਮੁਖ ਜਨਮ ਸਵਾਰ, ਗੁਰਮੁਖ ਜਨਮ ਸਵਾਰ, ਗੁਰਮੁਖ ਜਨਮ ਸਵਾਰ। ਨਹੀਂ ਲਾਲਚ ਕੋਈ ਮਰਦਾਨੇ ਨੂੰ, ਨਾ ਪੈਸੇ ਦਾ ਨਾ ਅਹੁਦੇ ਦਾ। ਬੇਸ਼ੱਕ ਘਰ ਵਿੱਚ ਮਸਲਾ ਏ, ਕਦੇ ਰੋਟੀ ਤੇ ਕਦੇ ਨਾਨਕ ਨਾ ਕੱਲਾ ਰਹਿ ਜਾਵੇ, ਬਸ ਦਿਲ ਚੋਂ ਇਹੋ ਚਾਹੁੰਦਾ ਏ, ਮਰਦਾਨੇ ਵਰਗਾ ਵੀਰ, ਮਰਦਾਨੇ ਵਰਗਾ ਭਰਾ, ਮਰਦਾਨੇ ਵਰਗਾ ਭਾਈ ਕਿਸੇ ਨਾਨਕ ਦੇ ਹਿੱਸੇ। ਬੋਲੇ